ਜਿਹੜੇ ਸੈਸ਼ਨ ਦੇ ਵਿੱਚ ਪੈਗਾਸਸ ਦਾ ਰੌਲਾ ਪਿਆ ਜੀ ਉਸ ਵਿੱਚ ਸਰਕਾਰ ਨੇ ਇੱਕ ਨਾ ਮੰਨੀ ਜੀ ਕਿ ਦੇਖੋ ਅਸੀਂ ਇਸ ਤੇ ਬਹਿਸ ਪਾਰਲੀਮੈਂਟ ਵਿੱਚ ਨਹੀਂ ਕਰਨੀ, ਤੁਸੀਂ ਜੋ ਮਰਜ਼ੀ ਕਰ ਲਓ। ਪੈਗਾਸਸ ਇੱਕ ਜਸੂਸੀ ਸੌਫਟਵੇਅਰ ਹੈ ਜੀ ਜਿਹੜਾ ਦੁਨੀਆ ਭਰ ਦੀਆਂ ਜਿਹੜੀਆਂ ਇਲੈਕਟ੍ਰੋਨਿਕ ਡਿਵਾਈਸਿਸ ਨੇ, ਜਿਨ੍ਹਾਂ ਵਿੱਚੋਂ ਖਾਸ ਤੌਰ ਤੇ ਫੋਨ ਹੈ ਜੋ ਹਰ ਵਿਅਕਤੀ ਦੀ ਹੱਥ ਵਿੱਚ ਹੈ, ਜੇਬ ਵਿੱਚ ਹੈ, ਉਸ ਦੀ ਜਸੂਸੀ ਕਰਦਾ ਹੈ। ਇਜ਼ਰਾਈਲ ਦੀ ਕੋਸ਼ਿਸ਼ ਸ਼ੁਰੂ ਤੋਂ ਇਹੋ ਰਹੀ ਹੈ ਕਿ ਕਿਵੇਂ ਨਾ ਕਿਵੇਂ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਵਿਅਕਤੀਆਂ ਨੂੰ ਆਪਣੇ ਨਾਲ ਜੋੜੀਏ, ਦੇਸ਼ਾਂ ਨੂੰ ਆਪਣੇ ਨਾਲ ਜੋੜੀਏ, ਆਪਣੇ ਵੱਲ ਦੇ ਕਰੀਏ, ਫਿਰ ਸੰਯੁਕਤ ਰਾਸ਼ਟਰ ਦੇ ਵਿੱਚ ਆਪਣੀ ਗੱਲ ਮੰਨੀਏ ਤੇ ਮਨਵਾਈਏ। ਤੇ ਸਾਰਿਆਂ ਨੂੰ ਆਪਣੇ ਵੱਲ ਕਰਨ ਦਾ ਉਹਨਾਂ ਨੇ ਜਿਹੜਾ ਤਰੀਕਾ ਇੱਕ ਲੱਭਿਆ, ਉਹਨਾਂ ਵਿੱਚੋਂ ਇੱਕ ਤਰੀਕਾ ਇਹ ਪੈਗਾਸਸ ਸੌਫਟਵੇਅਰ ਸੀ। ਸੈਰ ਕੀਤੀ ਦੋਵਾਂ ਨੇ ਨੰਗੇ ਪੈਰ ਰੇਤਾ ਦੇ ਉੱਪਰ, ਨਰਿੰਦਰ ਮੋਦੀ ਨੇ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ। ਉਹ ਕਹਿੰਦੇ ਸੈਰ ਇੰਨੇ ਨਿੱਘੇ ਵਾਤਾਵਰਣ ਦੇ ਵਿੱਚ ਐਵੇਂ ਨਹੀਂ ਹੋਈ, ਉਸ ਦੇ ਪਿੱਛੇ 2 ਬਿਲੀਅਨ ਦਾ ਸੌਦਾ ਛੁਪਿਆ ਹੋਇਆ ਸੀ। ਤੇ ਇੱਕ ਅਜਿਹਾ ਸੌਫਟਵੇਅਰ ਜਿਸ ਨਾਲ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਦੂਸਰਿਆਂ ਤੇ ਪੂਰੀ ਨਕੇਲ ਕੱਸ ਕੇ ਰੱਖ ਸਕਦੀ ਸੀ। ਦੂਸਰੇ ਦੀ ਬਾਂਹ ਮਰੋੜਨ ਨੂੰ ਸਮਾਂ ਨਹੀਂ ਲਾਉਂਦਾ ਇੱਥੇ ਕੋਈ ਵੀ ਰਾਜਨੀਤੀ ਵਿੱਚ। ਜਦੋਂ ਆਪਣੀ ਵਾਰੀ ਆਉਂਦੀ ਹੈ ਤੇ ਫਿਰ ਡਿਫੈਂਸਿਵ ਫੁੱਟ ਤੇ ਹੋ ਜਾਂਦੇ ਨੇ, ਪਰ ਦੂਸਰੇ ਨੂੰ ਇੱਕ ਵਾਰੀ ਸਮਝਾ ਦਿੰਦੇ ਨੇ ਕਿ ਭਾਈ ਇਸ ਮਾਮਲੇ ਤੇ ਤੂੰ ਜਵਾਬ ਦੇ, ਜਾਂ ਤਾਂ ਤੂੰ ਆਹ ਜਵਾਬ ਦੇ, ਜਾਂ ਤੂੰ ਆਹ ਜਵਾਬ ਦੇ। ਉਹ ਵੀ ਫਸ ਜਾਂਦਾ ਅਗਲਾ ਕਿ ਜੇ ਮੈਂ ਏ ਆਨਸਰ ਦਿੰਦਾ ਹੈ ਤੇ ਮੈਨੂੰ ਫਲਾਣਾ ਨਾਰਾਜ਼ ਹੋ ਜਾਵੇਗਾ, ਜੇ ਮੈਂ ਬੀ ਆਨਸਰ ਦਿੰਦਾ ਹੈ ਤੇ ਫਲਾਣਾ ਨਾਰਾਜ਼ ਹੋ ਜਾਵੇਗਾ। ਦਵਿੰਦਰਪਾਲ ਭੁੱਲਰ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਅਗਲਾ ਕਦਮ ਲੈ ਲਿਆ। ਉਹਨਾਂ ਨੇ ਇਹ ਕਿਹਾ ਕਿ ਅਸੀਂ ਸੈਂਟੈਂਸ ਰਿਵਿਊ ਬੋਰਡ ਨੂੰ ਕਹਿ ਦਿੱਤਾ ਕਿ ਆਪਣੀ ਮੀਟਿੰਗ ਕਰਕੇ ਇਸ ਬਾਰੇ ਕੋਈ ਨਾ ਕੋਈ ਫੈਸਲਾ ਲੈ ਕੇ ਤੇ ਲੈਫਟੀਨੈਂਟ ਗਵਰਨਰ ਨੂੰ ਫਾਈਲ ਭੇਜੀ ਜਾਵੇ। ਵਿਕਰਮਜੀਤ ਮਜੀਠੀਆ ਦੇ ਖਿਲਾਫ ਐਸਟੀਐਫ ਦੀ ਰਿਪੋਰਟ ਦੇ ਵਿੱਚ ਜਿਹੜੇ ਸਬੂਤ ਨੇ ਉਹਨਾਂ ਤੋਂ ਭੱਜ ਨਹੀਂ ਸਕਦੇ। ਇਹਨਾਂ ਨੇ ਰਲ ਕੇ 75-25 ਖੇਡਿਆ। ਹੁਣ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਮਸਲਾ ਜਿਹੜਾ ਹੈ ਉਹ ਬਹੁਤ ਕਰਕੇ ਪੰਜਾਬ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਗੰਭੀਰ ਹੋਇਆ ਸਾਰੇ ਹੀ ਦੇਸ਼ ਵਿੱਚ। ਪਰ ਕਈ ਵਾਰ ਕੁਝ ਖਬਰਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਇਸ ਗਰਮੀ ਦੇ ਵਿੱਚ ਵੀ ਆਪਣੀ ਹੋਂਦ ਵੀ ਦਿਖਾਉਂਦੀਆਂ ਨੇ ਤੇ ਸਾਡਾ ਧਿਆਨ ਵੀ ਖਿੱਚਦੀਆਂ ਨੇ। ਅੱਜ ਦੀ ਵਿਚਾਰ ਚਰਚਾ ਵਿੱਚ ਪੈਗਾਸਸ ਨਾਲ ਜੁੜੀ ਹੋਈ ਅਜਿਹੀ ਖਬਰ ਤੇ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਪੰਜਾਬ ਦੀ ਸਿਆਸਤ ਦੀਆਂ ਵੀ ਗੱਲਾਂ ਕਰਾਂਗੇ। ਤੇ ਸਾਡੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਵੀ ਫਾਈਨਾਂਸ ਕਿੰਨਾ ਮਹੱਤਵਪੂਰਨ ਰੋਲ ਦਿਖਾਉਂਦਾ ਹੈ। ਚੋਣਾਂ ਦੇ ਦੌਰਾਨ ਖਰਚੇ ਦੀ ਗੱਲ ਕਰਦੇ ਹਾਂ, ਪਾਰਟੀਆਂ ਜਿਹੜੀਆਂ ਨੇ ਉਹ ਵੀ ਇੱਕ ਕੰਪਨੀ ਦੀ ਤਰੀਕੇ ਦੇ ਨਾਲ ਟਰੀਟ ਕਰਦੀਆਂ ਨੇ, ਬਹੁਤ ਸਾਰੇ ਪੈਸੇ ਕਮਾਉਂਦੀਆਂ ਨੇ ਤੇ ਸਾਲ ਦੀ ਸਾਲ ਆਪਣੀ ਬੈਲੈਂਸ ਸ਼ੀਟ ਵੀ ਦਿਖਾਉਂਦੀਆਂ ਨੇ। ਤੇ ਇਸੇ ਤਰੀਕੇ ਦੇ ਨਾਲ ਕਿਹੜੀ ਪਾਰਟੀ ਦੀ ਕਮਾਈ ਕਿੰਨੀ ਕੁ ਵਧੀ ਹੈ ਤੇ ਕਿੰਨੀ ਕੁ ਘਟੀ ਹੈ ਉਹ ਵੀ ਗੱਲਾਂ ਕਰਾਂਗੇ। ਅੱਜ ਦੀ ਵਿਚਾਰ ਚਰਚਾ ਵਿੱਚ ਮੇਰੇ ਨਾਲ ਸਾਥ ਦੇਣਗੇ ਸਰਦਾਰ ਕੁਲਦੀਪ ਸਿੰਘ ਜੀ ਹੀਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਅਮਰਤ ਜੀ। ਹੀਰ ਸਾਹਿਬ, ਸਾਨੂੰ ਯਾਦ ਆ ਅਗਸਤ ਮਹੀਨੇ ਦਾ ਮੌਨਸੂਨ ਸੈਸ਼ਨ, ਜਦੋਂ ਸਾਰੇ ਦਾ ਸਾਰਾ ਸੈਸ਼ਨ ਇਜ਼ਰਾਈਲ ਦੀ ਇੱਕ ਕੰਪਨੀ ਦੇ ਸੌਫਟਵੇਅਰ ਪੈਗਾਸਸ ਦੀ ਭੇਂਟ ਚੜ੍ਹ ਗਿਆ। ਪੈਗਾਸਸ ਦੇ ਬਾਰੇ 'ਚ ਇਹ ਕਿਹਾ ਜਾਂਦਾ ਕਿ NSO ਇਜ਼ਰਾਈਲ ਦੀ ਕੰਪਨੀਆਂ ਤੇ ਉਹਨਾਂ ਦਾ ਬਣਾਇਆ ਹੋਇਆ ਕੋਈ ਸੌਫਟਵੇਅਰ ਆ ਜਿਹੜਾ ਕਿ ਉਹ ਕਹਿੰਦੇ, ਉਹਨਾਂ ਨੇ ਦਾਅਵਾ ਸੀ ਕਿ ਉਹ ਸਰਕਾਰਾਂ ਨੂੰ ਹੀ ਵੇਚਦੇ ਨੇ ਤਾਂ ਜੋ ਸਰਕਾਰਾਂ ਜਿਹੜੀਆਂ ਨੇ ਉਸ ਸੌਫਟਵੇਅਰ ਦੀ ਵਰਤੋਂ ਦੇਸ਼ ਦੀ ਸੁਰੱਖਿਆ ਲਈ ਕਰ ਸਕਣ। ਤੇ ਇਸ ਸੌਫਟਵੇਅਰ ਦੀ ਭਾਰਤ ਸਰਕਾਰ ਦੇ ਖਰੀਦਣ ਦੀ ਗੱਲ ਸੀ ਤੇ ਬਹੁਤ ਸਾਰੇ ਲੋਕਾਂ ਦੇ ਇਹਨੂੰ ਵਰਤਣ ਦੀ ਗੱਲ ਸੀ। ਇਹ ਮਸਲਾ ਸ਼ਾਂਤ ਹੁੰਦਾ ਜਾਪਦਾ ਸੀ। ਅੱਜ ਫਿਰ ਕੋਈ ਇਹਦੀ ਨਵੀਂ ਖਬਰ ਆ, ਉਹ ਕੀ ਖਬਰ ਆ ਤੇ ਕੀ ਇਹ ਸਾਰੀ ਘਟਨਾਕ੍ਰਮ ਹੈ, ਇਹਦੇ ਤੇ ਚਾਨਣਾ ਪਾਓ ਜੀ। ਅਮਰਤ ਜੀ, ਗੱਲ ਇਸ ਤਰ੍ਹਾਂ ਹੈ ਕਿ ਭਾਰਤ ਸਰਕਾਰ ਜਿਹੜੀ ਹੈ ਇੰਨੀ ਮਜ਼ਬੂਤ ਹੈ ਜੀ। ਉਹ ਮੈਂ ਇਸ ਪੱਖੋਂ ਨਹੀਂ ਕਹਿ ਰਿਹਾ ਵੀ ਕੋਈ ਦੇਸ਼ ਦੀ ਆਰਥਿਕਤਾ ਮਜ਼ਬੂਤ ਹੈ ਜਾਂ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਇੰਨੀ ਮਜ਼ਬੂਤ ਹੈ ਜਾਂ ਕੋਈ ਭਾਰਤ ਦੀਆਂ ਸਰਹੱਦਾਂ ਜਿਹੜੀਆਂ ਇੰਨੀਆਂ ਸੁਰੱਖਿਅਤ ਨੇ। ਉਹ ਮਜ਼ਬੂਤੀ ਇਸ ਤਰ੍ਹਾਂ ਦੀ ਹੈ ਕਿ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਵਿਰੋਧੀ ਲੱਭਿਆ ਨਹੀਂ ਇੱਥੇ ਆਉਂਦੇ ਜੀ, ਉਹਨਾਂ ਨੂੰ ਲੱਭਣਾ ਪੈਂਦਾ ਹੈ। ਤੇ ਕਾਂਗਰਸ ਜਿਹੜੀ ਮੁੱਖ ਵਿਰੋਧੀ ਧਿਰ ਕਦੇ ਬੜੀ ਠੋਕਵੀਂ ਹੁੰਦੀ ਸੀ ਤੇ ਸਰਕਾਰ ਵਿੱਚ ਵੀ ਰਹੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਜੀ। ਉਹਨਾਂ ਕੋਲ ਉਹ ਰੁਤਬਾ ਵੀ ਪ੍ਰੋਪਰ ਜਿਹੜਾ ਪੂਰਨ ਤੌਰ ਨਾਲ ਹਾਸਲ ਨਹੀਂ। ਬਿਲਕੁਲ। ਜਿਹੜੇ ਸੈਸ਼ਨ ਦੇ ਵਿੱਚ ਪੈਗਾਸਸ ਦਾ ਰੌਲਾ ਪਿਆ
ਜੀ ਉਸ ਵਿੱਚ ਸਰਕਾਰ ਨੇ ਇੱਕ ਨਾ ਮੰਨੀ ਜੀ ਕਿ ਦੇਖੋ ਅਸੀਂ ਇਸ ਤੇ ਬਹਿਸ ਪਾਰਲੀਮੈਂਟ ਵਿੱਚ ਨਹੀਂ ਕਰਨੀ, ਤੁਸੀਂ ਜੋ ਮਰਜ਼ੀ ਕਰ ਲਓ। ਜੀ ਫਿਰ ਕਾਂਗਰਸ ਪਾਰਟੀ ਨੂੰ ਮੁੱਦਾ ਲੱਭ ਗਿਆ ਕਿ ਚਲੋ ਇਹ ਨਾ ਸਹੀ, ਜੰਤਰ ਮੰਤਰ ਤੇ ਕਿਸਾਨ ਬੈਠੇ ਹੋਏ ਨੇ, ਉੱਥੇ ਸੰਸਦ ਲੱਗੀ ਹੋਈ ਆ, ਉੱਥੇ ਚੱਲਦੇ ਆ। ਜੀ ਉੱਥੇ ਜਾ ਕੇ ਕੁਝ ਰੌਲਾ ਰੱਪਾ ਪਾਉਣ ਦਾ ਯਤਨ ਕੀਤਾ, ਪਰ ਲੱਭਾ ਉੱਥੋਂ ਵੀ ਕੁਝ ਨਹੀਂ। ਸਰਕਾਰ ਨੇ ਵਿਰੋਧੀਆਂ ਦੇ ਪਿੜ ਪੱਲੇ ਕੱਖ ਨਹੀਂ ਪੈਣ ਦਿੱਤਾ ਪੈਗਾਸਸ ਦੇ ਮਾਮਲੇ ਵਿੱਚ। ਜੀ ਜਿਨ੍ਹਾਂ ਦਰਸ਼ਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਪੈਗਾਸਸ ਇੱਕ ਜਸੂਸੀ ਸਾਫਟਵੇਅਰ ਹੈ ਜੀ ਜਿਹੜਾ ਦੁਨੀਆ ਭਰ ਦੀਆਂ ਜਿਹੜੀਆਂ ਇਲੈਕਟ੍ਰੋਨਿਕ ਡਿਵਾਈਸਿਸ ਨੇ, ਜਿਨ੍ਹਾਂ ਵਿੱਚੋਂ ਖਾਸ ਤੌਰ ਤੇ ਫੋਨ ਹੈ ਜੋ ਹਰ ਵਿਅਕਤੀ ਦੀ ਹੱਥ ਵਿੱਚ ਹੈ, ਜੇਬ ਵਿੱਚ ਹੈ, ਉਸ ਦੀ ਜਸੂਸੀ ਕਰਦਾ ਹੈ। ਬੜਾ ਮਹਿੰਗਾ ਸਾਫਟਵੇਅਰ ਹੈ। ਇਸ ਦੀ ਕੀਮਤ ਵੀ ਉਦੋਂ ਮਾਰਕੀਟ ਦੇ ਵਿੱਚ ਆ ਗਈ ਸੀ, ਲੱਖਾਂ ਡਾਲਰ ਦੇ ਕੇ ਇਹ ਲਿਆ ਜਾਂਦਾ ਹੈ। ਫਿਰ ਇੰਸਟਾਲ ਕਰਨ ਦੇ ਵੱਖਰੇ ਪੈਸੇ ਲਏ ਜਾਂਦੇ ਨੇ, ਅਤੇ ਕਿਵੇਂ ਕਿਸੇ ਦੇ ਬੇਗਾਨੇ ਦੇ ਫੋਨ ਦੇ ਵਿੱਚ ਇਹਨੂੰ ਇੰਸਟਾਲ ਕਰ ਦਿੱਤਾ ਜਾਂਦਾ ਹੈ, ਉਸ ਨੂੰ ਪਤਾ ਵੀ ਨਹੀਂ ਲੱਗਦਾ, ਤੇ ਉਸ ਦੀ ਸਾਰੀ ਜਾਣਕਾਰੀ ਵਿੱਚ ਹੀ ਗੱਲਬਾਤ ਤੇ ਵਿੱਚ ਉਸ ਦੇ ਮੈਸੇਜ, ਉਹ ਸਭ ਕੁਝ ਜਿਹੜਾ ਹੈ ਫਿਰ ਉਸ ਖਰੀਦਣ ਵਾਲੇ ਦੇ ਪੈਗਾਸਸ ਜਿਸ ਨੇ ਉਸ ਦੇ ਫੋਨ ਵਿੱਚ ਪਾਇਆ ਹੁੰਦਾ ਉਸ ਦੇ ਕੋਲ ਪਹੁੰਚ ਜਾਂਦਾ ਹੈ। ਜੀ ਹੁਣ ਗੱਲ ਕਰਦੇ ਹਾਂ ਕਿ ਸਰਕਾਰ ਇਸ ਮਾਮਲੇ ਤੇ ਚੁੱਪ ਬੱਟੀ ਰਹੀ। ਜੀ ਦੇਖੋ ਅਸੀਂ ਇਸ ਦੀ ਜਾਣਕਾਰੀ ਨਹੀਂ ਦੇ ਸਕਦੇ, ਸਰਕਾਰ ਕਹਿੰਦੀ ਹੈ ਬਿਲਕੁਲ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮੁੱਦਾ ਹੈ। ਠੀਕ ਹੈ, ਸੁਰੱਖਿਆ ਨਾਲ ਜੁੜਿਆ ਹੈ, ਪਰ ਤੁਸੀਂ ਇਹ ਤਾਂ ਦੱਸੋ ਕਿ ਸੌਫਟਵੇਅਰ ਲਿਆ ਕਿ ਨਹੀਂ ਲਿਆ, ਜੀ ਕਦੋਂ ਲਿਆ, ਕਿੰਨੇ ਦਾ ਲਿਆ, ਤੇ ਉਸ ਪ੍ਰਤੀ ਪਾਰਦਰਸ਼ਤਾ ਕਿਉਂ ਨਹੀਂ ਹੈ। ਹੁਣ ਸੁਰੱਖਿਆ ਦੇ ਨਾਲ ਜੋੜ ਕੇ ਵਿਰੋਧੀਆਂ ਨੂੰ ਚੁੱਪ ਕਰਾ ਦੇਣਾ ਤਾਂ, ਤੇ ਵਿਰੋਧੀਆਂ ਦੀ ਗਿਣਤੀ ਇੰਨੀ ਹੋਣੀ ਨਾ ਕਿ ਉਹ ਤਕੜੇ ਹੋ ਕੇ ਕੋਈ ਸਵਾਲ ਪੁੱਛ ਸਕਣ। ਜੀ ਹੁਣ ਗੱਲ ਕਰਦੇ ਹਾਂ ਇਜ਼ਰਾਈਲ ਦੀ। ਇਜ਼ਰਾਈਲ ਜਿਹੜਾ ਹੈ ਇਹ ਬਿਨਾਂ ਸ਼ੱਕ ਨਵਾਂ ਮੁਲਕ ਹੈ, ਯਹੂਦੀਆਂ ਦਾ ਮੁਲਕ ਹੈ, ਤੇ ਆਲੇ ਦੁਆਲੇ ਦੇ ਮੁਸਲਿਮ ਦੇਸ਼ਾਂ ਦੇ ਨਾਲ ਉਹਨਾਂ ਦੀ ਕੋਈ ਬਹੁਤੀ ਬਣਦੀ ਨਹੀਂ, ਇਹ ਗੱਲ ਸਾਰਿਆਂ ਨੂੰ ਪਤਾ। ਤੇ ਫਲਸਤੀਨ ਦੇ ਨਾਲ ਉਹਨਾਂ ਦਾ ਝਗੜਾ ਜਿਹੜਾ ਹੈ ਉਹ ਸ਼ੁਰੂ ਤੋਂ ਰਹਿੰਦਾ ਹੈ। ਜੀ ਇਜ਼ਰਾਈਲ ਦੀ ਕੋਸ਼ਿਸ਼ ਸ਼ੁਰੂ ਤੋਂ ਇਹੋ ਰਹੀ ਹੈ ਕਿ ਕਿਵੇਂ ਨਾ ਕਿਵੇਂ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਵਿਅਕਤੀਆਂ ਨੂੰ ਆਪਣੇ ਨਾਲ ਜੋੜੀਏ, ਦੇਸ਼ਾਂ ਨੂੰ ਆਪਣੇ ਨਾਲ ਜੋੜੀਏ, ਆਪਣੇ ਵੱਲ ਦੇ ਕਰੀਏ, ਫਿਰ ਸੰਯੁਕਤ ਰਾਸ਼ਟਰ ਦੇ ਵਿੱਚ ਆਪਣੀ ਗੱਲ ਮੰਨੀਏ ਤੇ ਮਨਵਾਈਏ। ਤੇ ਸਾਰਿਆਂ ਨੂੰ ਆਪਣੇ ਵੱਲ ਕਰਨ ਦਾ ਉਹਨਾਂ ਨੇ ਜਿਹੜਾ ਤਰੀਕਾ ਇੱਕ ਲੱਭਿਆ, ਉਹਨਾਂ ਵਿੱਚੋਂ ਇੱਕ ਤਰੀਕਾ ਇਹ ਪੈਗਾਸਸ ਸਾਫਟਵੇਅਰ ਸੀ ਕਿ ਲੋੜੀਂਦੇ ਮੁਲਕਾਂ ਨੂੰ ਉਹ ਵੇਚੋ, ਨਾਲੇ ਤੇ ਪੈਸੇ ਵਟੋ ਤੇ ਨਾਲੇ ਉਹਨਾਂ ਨਾਲ ਯਾਰੀ ਪਾਓ, ਤੇ ਫਿਰ ਬੱਲੇ ਬੱਲੇ, ਫਿਰ ਜੋ ਮਰਜ਼ੀ ਹੋਵੇ, ਫਿਰ ਸਾਨੂੰ ਕੋਈ ਰੋਕ ਕੌਣ ਸਕਦਾ। ਜੀ ਹੁਣ ਇਹ ਰੌਲਾ ਰੱਪਾ ਭਾਰਤ ਵਿੱਚ ਪੈ ਕੇ ਹਟ ਗਿਆ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਹੋਣੀ ਚਾਹੀਦੀ ਹੈ, ਕੋਈ ਬਹੁਤੀ ਪੇਸ਼ਕਦਮੀ ਇਸ ਮਾਮਲੇ ਤੇ ਹੋਈ ਨਹੀਂ, ਪਹਿਲ ਕਦਮੀ ਕੀਤੀ ਗਈ ਪਰ ਰੁਕ ਗਈ ਹੈ, ਕੋਈ ਖਾਸ ਨਹੀਂ ਹੋਈ। ਕੁਲਦੀਪ ਜੀ, ਜੇ ਮੈਂ ਗਲਤ ਨਹੀਂ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰਦਾ, ਸੁਪਰੀਮ ਕੋਰਟ ਨੇ ਸੂ ਮੋਟੋ ਲਿਆ ਸੀ, ਸਰਕਾਰ ਨੂੰ ਸੱਦਿਆ ਸੀ, ਸਰਕਾਰ ਨੂੰ ਟਾਈਮ ਦਿੱਤਾ ਸੀ, ਪਰ ਸਰਕਾਰ ਨੇ ਬਿਲਕੁਲ ਉੱਥੇ ਵੀ ਢੀਠਤਾਈ ਦੇ ਨਾਲ ਇਹਦੀ ਕੋਈ ਵੀ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਸੀ। ਜਵਾਬ ਉਹਨਾਂ ਨੇ ਇਹੀ ਦਿੱਤਾ ਸੀ ਕਿ ਅਸੀਂ ਦੇਸ਼ ਦੀ ਸੁਰੱਖਿਆ ਦੇ ਮਾਮਲੇ 'ਚ ਤੁਹਾਨੂੰ ਵੀ ਕੁਝ ਨਹੀਂ ਦੱਸ ਸਕਦੇ। ਉਸ ਤੋਂ ਬਾਅਦ ਵੀ ਚੀਫ ਜਸਟਿਸ ਨੇ ਕਿਹਾ ਸੀ ਫਿਰ ਅਸੀਂ ਕੋਈ ਕਮੇਟੀ ਬਣਾ ਦਈਏ, ਤੇ ਸਰਕਾਰ ਨੇ ਕਿਹਾ ਸੀ ਬਣਾ ਦਿਓ। ਤੇ ਉਸ ਤੋਂ ਬਾਅਦ ਕੁਝ ਗੱਲਾਂ ਇਹੋ ਜਿਹੀਆਂ ਵੀ ਹੋਈਆਂ ਸੀ ਕਿ ਸੁਪਰੀਮ ਕੋਰਟ ਦਾ ਵੀ ਜ਼ੋਰ ਉਸ ਤੇ ਨਹੀਂ ਚੱਲਿਆ। ਕਮੇਟੀ ਹਾਲਾਂਕਿ ਉਹਨਾਂ ਨੇ ਬਣਾਉਣ ਦੀ ਗੱਲ ਕੀਤੀ ਸੀ, ਪਰ ਬਾਅਦ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨੂੰ ਟੈਕਨੀਕਲ ਮਾਰ ਜਿਹੜੇ ਲੱਭੇ ਨਹੀਂ। ਪਰ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਮਸਲੇ ਜਿਹੜੇ ਨੇ ਉਹ ਠੰਡੇ ਬਸਤੇ ਵਿੱਚ ਪੈ ਜਾਂਦੇ ਨੇ। ਜੀ ਹੁਣ ਠੰਡੇ ਬਸਤੇ ਵਿੱਚੋਂ ਦੁਬਾਰਾ ਬਾਹਰ ਨਿਕਲੇਗਾ ਕਿ ਨਹੀਂ ਨਿਕਲੇਗਾ, ਇਸ ਦਾ ਵੀ ਪੱਕਾ ਪਤਾ ਨਹੀਂ ਹੈ। ਜੀ ਸਰਕਾਰ ਦਾ ਇੱਕੋ ਹੀ ਜਵਾਬ ਹੋਵੇਗਾ ਕਿ ਦੇਸ਼ ਦੀ ਸੁਰੱਖਿਆ ਦਾ ਮਸਲਾ ਬਾਹਰ ਅਸੀਂ ਡਿਸਕਸ ਨਹੀਂ ਕਰਨਾ ਕਿਸੇ ਨਾਲ। ਜੀ ਹੁਣ ਕੀਤਾ ਕਿਸ ਨੇ ਡਿਸਕਸ? ਉਹ ਕੀਤਾ ਹੈ ਦੁਨੀਆ ਦੀ ਇੱਕ ਮਸ਼ਹੂਰ ਅਖਬਾਰ ਹੈ ਦ ਨਿਊਯਾਰਕ ਟਾਈਮਸ। ਨਿਊਯਾਰਕ ਟਾਈਮਸ ਨੇ ਆਪਣੇ ਇੱਕ ਵੱਡੇ ਸਾਰੇ ਆਰਟੀਕਲ ਦੇ ਵਿੱਚ ਉਹਨਾਂ ਦੇਸ਼ਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਖੁਦ ਅਮਰੀਕਾ ਵੀ ਸ਼ਾਮਲ ਹੈ, ਪੋਲੈਂਡ ਵਰਗੇ, ਹੰਗਰੀ ਵਰਗੇ ਉਹ ਦੇਸ਼ ਸ਼ਾਮਲ ਨੇ, ਤੇ ਭਾਰਤ ਸ਼ਾਮਲ ਹੈ, ਜਿਨ੍ਹਾਂ ਦੇਸ਼ਾਂ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਪ੍ਰਤੀ ਸਵਾਲੀਆ ਚਿੰਨ੍ਹ ਕਦੇ ਨਾ ਕਦੇ ਕੋਈ ਨਾ ਕੋਈ ਲਾਉਂਦਾ ਰਹਿੰਦਾ ਹੈ। ਜੀ ਹੁਣ ਭਾਰਤ ਬਾਰੇ ਉਹਨਾਂ ਨੇ ਇਹ ਆਖਿਆ ਕਿ 2017 ਦੇ ਵਿੱਚ ਨਰਿੰਦਰ ਮੋਦੀ ਨੇ ਉਹਨਾਂ ਦੀ ਸਰਕਾਰ ਨੇ ਇਹ 2 ਬਿਲੀਅਨ ਦੇ ਵਿੱਚ, $2 ਦੇ ਵਿੱਚ ਜਿਹੜਾ ਸੀ ਉਹ ਸੌਫਟਵੇਅਰ ਇਜ਼ਰਾਈਲ ਕੋਲੋਂ ਖਰੀਦਿਆ। ਜੀ ਹੁਣ ਲਗਭਗ ਇੰਨੀ ਰਕਮ ਦੱਸੀ ਗਈ ਹੈ ਜੋ 10-12 ਹਜ਼ਾਰ ਕਰੋੜ ਬਣਦੀ ਹੈ। ਇੰਨੀ ਕੋਈ ਰਕਮ ਜਿਹੜੀ ਹੈ ਉਹ ਦੱਸੀ ਗਈ ਹੈ, ਤੇ ਲਈ ਗਈ ਸੌਫਟਵੇਅਰ ਲਈ ਗਈ ਤੇ ਨਾਲ ਮਿਜ਼ਾਈਲ ਟੈਕਨੋਲੋਜੀ ਖਰੀਦੀ ਗਈ। ਜੀ ਇਹ ਸੌਫਟਵੇਅਰ ਵਾਕਈ ਖਰੀਦਿਆ ਗਿਆ। ਇੱਕ ਮੈਂ ਨਿਊਜ਼ ਵੈਬਸਾਈਟ ਦਾ ਮੈਂ ਹੈਡਿੰਗ ਦੇਖ ਰਿਹਾ ਸੀ, ਉਹਨਾਂ ਨੇ ਲਿਖਿਆ ਸੀ ਕਿ ਚੌਕੀਦਾਰ ਹੀ ਜਾਸੂਸ ਹੈ। ਜੀ ਇਹ ਉਹਨਾਂ ਨੇ ਲਿਖਿਆ ਸੀ। ਹੁਣ ਇਹ ਗੱਲ ਸਾਬਤ ਹੋ ਗਈ ਹੈ ਕਿ ਭਾਰਤ ਸਰਕਾਰ ਨੇ ਇਹ ਸੌਫਟਵੇਅਰ ਲਿਆ, ਪਰ ਕਿਸ ਤੇ ਵਰਤਿਆ? ਕੀ ਅੱਤਵਾਦੀ ਗਤੀਵਿਧੀਆਂ ਕਰਨ ਵਾਲੇ ਲੋਕਾਂ ਤੇ ਵਰਤਿਆ ਜਾਂ ਆਪਣਿਆਂ ਤੇ ਵਰਤਿਆ?
ਆਪਣਿਆਂ ਤੇ ਜਿਨ੍ਹਾਂ ਤੇ ਵਰਤਿਆ ਉਹਨਾਂ ਵਿੱਚ ਤੁਹਾਨੂੰ ਪਤਾ ਹੈ ਪੰਜਾਬ ਦੇ ਵੀ ਕਈ ਵਿਅਕਤੀ ਆਉਂਦੇ ਨੇ, ਰਾਹੁਲ ਗਾਂਧੀ ਵੀ ਆਉਂਦਾ ਹੈ, ਮਮਤਾ ਬੈਨਰਜੀ ਦੀ ਵੀ ਆਉਂਦੇ ਆ, ਹੋਰ ਪਤਾ ਨਹੀਂ ਕਿਹੜੇ ਕਿਹੜੇ ਵਿਰੋਧੀ ਧਿਰ ਦੇ ਲੋਕ ਆਉਂਦੇ ਨੇ ਜਿਨ੍ਹਾਂ ਤੇ ਨਿਗਰਾਨੀ ਸਰਕਾਰ ਰੱਖਣਾ ਚਾਹੁੰਦੀ ਸੀ ਤੇ ਇਹ ਸੌਫਟਵੇਅਰ ਖਰੀਦਿਆ ਗਿਆ। ਜੀ ਹੁਣ ਪਹਿਲੇ ਪ੍ਰਧਾਨ ਮੰਤਰੀ ਬਣੇ ਇਹ ਨਰਿੰਦਰ ਮੋਦੀ, ਜਿਨ੍ਹਾਂ ਨੇ ਇਜ਼ਰਾਈਲ ਵਿਜ਼ਿਟ ਕੀਤਾ, ਜੀ ਤੇ ਬੈਨਿਯਾਮਿਨ ਨੇਤਨਯਾਹੂ ਪਹਿਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਣੇ ਜਿਹੜੇ ਥੋੜੇ ਸਮੇਂ ਬਾਅਦ ਹੀ ਇੰਡੀਆ ਘੁੰਮਣ ਆ ਗਏ। ਜੀ ਇਹਨਾਂ ਦੋਵਾਂ ਦੀ ਨੇੜਤਾ ਇੰਨੀ ਹੋਈ ਕਿ ਇਹ ਨਿਊਯਾਰਕ ਟਾਈਮਜ਼ ਇਸ ਨੂੰ ਲਿਖਦਾ ਹੈ ਕਿ ਇਹ ਅਸਲ ਵਿੱਚ ਇਸ ਦੇ ਕਾਰਨ ਜਿਹੜੇ ਜਦੋਂ ਨਰਿੰਦਰ ਮੋਦੀ ਉੱਥੇ ਗਏ ਸਨ ਤਾਂ ਇੱਕ ਬੀਚ ਦੇ ਉੱਪਰ ਸੈਰ ਕੀਤੀ ਦੋਵਾਂ ਨੇ ਨੰਗੇ ਪੈਰ ਰੇਤਾ ਦੇ ਉੱਪਰ, ਨਰਿੰਦਰ ਮੋਦੀ ਨੇ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ। ਜੀ ਉਹ ਕਹਿੰਦੇ ਸੈਰ ਇੰਨੇ ਨਿੱਘੇ ਵਾਤਾਵਰਣ ਦੇ ਵਿੱਚ ਐਵੇਂ ਨਹੀਂ ਹੋਈ, ਉਸ ਦੇ ਪਿੱਛੇ 2 ਬਿਲੀਅਨ ਦਾ ਸੌਦਾ ਛੁਪਿਆ ਹੋਇਆ ਸੀ ਤੇ ਇੱਕ ਅਜਿਹਾ ਸੌਫਟਵੇਅਰ ਜਿਸ ਨਾਲ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਦੂਸਰਿਆਂ ਤੇ ਪੂਰੀ ਨਕੇਲ ਕੱਸ ਕੇ ਰੱਖ ਸਕਦੀ ਸੀ ਅਤੇ ਉਹਨਾਂ ਤੇ ਰੱਖੀ ਵੀ ਗਈ। ਜੀ ਹੁਣ ਕਿਹੜੇ ਕਿਹੜੇ ਮੁਲਕ ਇਸ ਵਿੱਚ ਸ਼ਾਮਲ ਹੋਏ, ਕਿਹਦੀ ਕਿਹਦੀ ਜਸੂਸੀ ਹੋਈ ਹੈ, ਕਿੰਨੀ ਕੋਈ ਹੋਈ ਹੈ, ਜਾਂ ਕੋਈ ਦੇਸ਼ ਧਰੋਹੀ ਲੋਕ ਸਨ ਦਾ ਰਾਸ਼ਟਰ ਵਿਰੋਧੀ ਕੁਝ ਕਾਰਵਾਈਆਂ ਵਿੱਚ ਸ਼ਾਮਲ ਸਨ, ਜਾਂ ਸਿਰਫ ਭਾਜਪਾ ਨੇ ਆਪਣਾ ਏਜੰਡਾ ਹੀ ਗਾਂਹ ਤੋਰਿਆ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹਦੇ ਨਾਲ ਹੋਇਆ ਕੀ ਹੈ, ਇਜ਼ਰਾਈਲ ਨੇ ਕੀ ਖੱਟਿਆ? ਜੀ ਜਿਵੇਂ ਮੈਂ ਪਹਿਲਾਂ ਦੱਸਿਆ, ਇੱਕ ਤੇ ਅਰਬਾਂ ਡਾਲਰ ਜਿਹੜੇ ਨੇ ਉਹਨਾਂ ਦੇ ਖਾਤਿਆਂ ਵਿੱਚ ਆ ਗਏ, ਤੇ ਇਸ ਤੋਂ ਵਧੀਆ ਕੀ ਹੈ ਕਿ ਇੱਕ ਸੌਫਟਵੇਅਰ ਤੁਸੀਂ ਇੱਕ ਵਾਰੀ ਰੈਡੀ ਕਰ ਲਿਆ ਤੇ ਤੁਸੀਂ ਬਾਅਦ ਵਿੱਚ ਉਹੀ ਸੌਫਟਵੇਅਰ ਜਿਹੜਾ ਹੈ ਉਸ ਦੇ ਬਾਰੇ ਕੁਝ ਹੋਰ ਕਰਨਾ ਨਹੀਂ, ਤੁਸੀਂ ਕੁਝ ਵੀ ਕੋਈ ਹਾਰਡ ਐਂਡ ਫਾਸਟ ਕੋਈ ਚੀਜ਼ ਨਹੀਂ ਵੇਚੀ, ਨਾ ਉਹ ਖਰਾਬ ਹੋਣਾ ਹੈ, ਨਾ ਉਸ ਦੀ ਕੋਈ ਹੋਰ ਕੋਈ ਪ੍ਰੋਬਲਮ ਹੋਣੀ ਹੈ। ਸੌਫਟਵੇਅਰ ਤਿਆਰ ਕਰ ਲਿਆ ਦੁਨੀਆ ਭਰ ਦੇ ਵਿੱਚ ਜਸੂਸੀ ਕਰਨ ਦਾ, ਤੁਸੀਂ ਉਸ ਨੂੰ ਵੇਚਣਾ ਸ਼ੁਰੂ ਕੀਤਾ ਹੋਇਆ ਤੇ ਵੇਚ ਕੇ ਪੈਸੇ ਵੱਟ ਕੇ ਜੇਬ ਵਿੱਚ ਪਾ ਰਹੇ ਹੋ। ਤੇ ਦੂਸਰਾ, ਫਲਸਤੀਨ ਨੇ ਯੂਐਨਓ ਦੇ ਵਿੱਚ ਇੱਕ ਕਮਿਸ਼ਨ ਦੀ ਮੈਂਬਰੀ ਵਾਸਤੇ ਜਿਹੜਾ ਸੀ ਉਹ ਇੱਕ ਅਰਜ਼ੀ ਦਿੱਤੀ ਹੋਈ ਸੀ। ਜੀ ਯੂਐਨਓ ਦੇ ਵਿੱਚ ਪਰਮਾਨੈਂਟ ਸੀਟ ਹੋਵੇ ਜਾਂ ਕੋਈ ਹੋਰ ਮੁੱਦੇ ਹੋਣ, ਉੱਥੇ VOTING ਹੁੰਦੀ ਹੈ। ਕਿਸੇ ਦੇਸ਼ ਨੂੰ ਸ਼ਾਂਤਮਈ ਐਲਾਨਣਾ ਹੋਵੇ, ਕਿਸੇ ਦੇਸ਼ ਨੂੰ ਅੱਤਵਾਦੀ ਐਲਾਨਣਾ ਹੋਵੇ, ਕਿਸੇ ਰਾਸ਼ਟਰ ਨੂੰ ਮਾਨਤਾ ਦੇਣੀ ਹੋਵੇ ਤੇ VOTING ਹੁੰਦੀ ਹੈ। ਭਾਈ ਕਿੰਨੇ ਦੇਸ਼ ਇਸ ਦੇ ਹੱਕ ਵਿੱਚ ਨੇ ਤੇ ਕਿੰਨੇ ਵਿਰੋਧ ਵਿੱਚ ਨੇ। ਜੀ ਉਸ ਮਾਮਲੇ ਤੇ ਅੱਜ ਤੱਕ ਫਲਸਤੀਨ ਦੇ ਨਾਲ ਭਾਰਤ ਦੀ ਯਾਰੀ ਰਹੀ ਹੈ, ਇਹ ਗੱਲ ਦੱਸਣੀ ਬਣਦੀ ਹੈ। ਜੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਮੇਂ ਤੇ ਭਾਰਤ ਦੀਆਂ ਅਖਬਾਰਾਂ ਦੇ ਵਿੱਚ ਯਾਸਰ ਅਰਾਫਾਤ ਦੇ ਨਾਲ ਇੱਕ ਦੂਸਰੇ ਨਾਲ ਗਲਵਕੜੀ ਪਾਈ ਹੋਈ ਦੀਆਂ ਫੋਟੋਆਂ ਉਦੋਂ ਆਮ ਵੇਖੀਆਂ ਗਈਆਂ ਸਨ। ਜੀ ਬਿਲਕੁਲ ਯਾਸਰ ਅਰਾਫਾਤ ਨੂੰ ਸਪੋਰਟ ਕੀਤੀ ਹੈ ਭਾਰਤ ਨੇ ਅੱਜ ਤੱਕ, ਫਲਸਤੀਨ ਦੀ ਸਪੋਰਟ ਕੀਤੀ ਹੈ, ਪੈਸੇ ਨਾਲ ਵੀ ਕੀਤੀ ਹੈ, ਕਣਕ ਨਾਲ ਵੀ ਕੀਤੀ ਹੈ, ਤੇ ਇਹ ਯਾਰੀ ਰਹੀ ਹੈ ਸ਼ੁਰੂ ਤੋਂ। ਪਰ ਇੱਥੇ ਕਿੱਥੇ ਟੁੱਟੀ ਹੈ ਯਾਰੀ ਆ ਕੇ ਪੈਗਾਸਸ ਖਰੀਦਣ ਦੇ ਮਾਮਲੇ ਤੇ ਜਦੋਂ ਫਿਰ ਯੂਐਨਓ ਦੇ ਵਿੱਚ ਸੰਯੁਕਤ ਰਾਸ਼ਟਰ ਵਿੱਚ ਵੋਟ ਪਈ ਤੇ ਫਲਸਤੀਨ ਦੇ ਹੱਕ ਦੇ ਵਿੱਚ ਭਾਰਤ ਨਹੀਂ ਭੁਗਤਿਆ ਇਜ਼ਰਾਈਲ ਦੇ ਆਖਣ ਤੇ ਕਿ ਤੁਸੀਂ ਇਹਨਾਂ ਨੂੰ ਵੋਟ ਨਹੀਂ ਜੇ ਪਾਉਣੀ। ਇਸ ਤਰ੍ਹਾਂ VOTING ਹੁੰਦੀ ਹੈ। ਜੀ ਸੋ ਭਾਰਤ ਨੇ ਆਪਣਾ ਪਾਸਾ ਪਲਟਿਆ। ਫਲਸਤੀਨ ਨਾਲੋਂ ਕੀ ਲੈਣਾ ਸੀ ਫਲਸਤੀਨ ਤੋਂ? ਠੀਕ ਹੈ, ਤੁਸੀਂ ਆਪਣਾ ਦੇਖਣੀ ਹੈ ਫੋਰਨ ਪਾਲਿਸੀ, ਪਰ ਜਸੂਸੀ ਦੇ ਸੌਫਟਵੇਅਰ ਬਾਰੇ ਅੱਜ ਵਿਰੋਧੀ ਧਿਰਾਂ ਤੇ ਫਿਰ ਬੋਲ ਪਈਆਂ ਨੇ। ਰਾਹੁਲ ਗਾਂਧੀ ਵੀ ਬੋਲ ਪਏ ਨੇ, ਹੋਰ ਵੀ ਬੋਲੇ ਨੇ ਕਿ ਦੇਸ਼ ਨਾਲ ਧੋਖਾ ਹੋਇਆ, ਸੁਪਰੀਮ ਕੋਰਟ ਨਾਲ ਧੋਖਾ ਹੋਇਆ, ਦੇਸ਼ ਦੇ ਸੰਵਿਧਾਨ ਨਾਲ ਧੋਖਾ ਹੋਇਆ, ਆਪਣੇ ਹੀ ਲੋਕਾਂ ਤੇ ਜਸੂਸੀ ਜਿਹੜੀ ਹੈ ਉਹ ਕੀਤੀ ਗਈ ਹੈ। ਤੇ ਸਰਕਾਰ ਇਸ ਬਾਰੇ ਅਜੇ ਤੱਕ ਚੁੱਪ ਹੈ, ਬੋਲੇਗੀ ਪਰ ਕਿਸੇ ਤਰੀਕੇ ਨਾਲ ਬੋਲੇਗੀ, ਪਰ ਬਹੁਤਾ ਕੁਝ ਇਸ ਵਿੱਚੋਂ ਲੱਭਣ ਵਾਲਾ ਨਹੀਂ ਹੈ। ਇਹ ਮੈਂ ਫਿਰ ਰਿਪੀਟ ਕਰ ਰਿਹਾ, ਇਹਨੂੰ ਕਹਿ ਸਕਦਾ ਹਾਂ ਕਿ ਇਸ ਵਿੱਚੋਂ ਬਹੁਤਾ ਕੁਝ ਮਿਲਣ ਵਾਲਾ ਨਹੀਂ ਹੈ। ਇੱਕ ਸਵਾਲ ਮੇਰਾ ਹੋਰ ਹੈ ਅਮਰਿਤ ਜੀ, ਤੁਸੀਂ ਮੈਨੂੰ ਇਹ ਦੱਸੋ, ਸੌਫਟਵੇਅਰ ਤੇ ਸੌਫਟਵੇਅਰ ਹੈ, ਤੁਸੀਂ ਕਿਸੇ ਕੋਲੋਂ ਮਸ਼ੀਨਰੀ ਖਰੀਦ ਲੈਂਦੇ ਹੋ, ਮਸ਼ੀਨਰੀ ਜਿਹੜੀ ਹੈ ਇੱਕ ਵਾਰੀ ਤੁਸੀਂ ਅਗਲੇ ਕੋਲੋਂ ਲੈ ਕੇ ਵਰਤ ਲਈ ਹੈ, ਉਹ ਤੁਹਾਡੀ ਹੈ, ਖਰਾਬ ਹੋ ਜਾਏ ਕੁਝ ਹੋ ਜਾਏ ਉਸ ਦੀ ਸਮੱਸਿਆ ਹੈ, ਤੁਸੀਂ ਉਸ ਨੂੰ ਸਾਰਾ ਕੁਝ ਕਰਨਾ ਹੈ, ਬਾਅਦ ਵਿੱਚ ਜੇ ਸਪੋਰਟ ਲਈ ਹੋਵੇ ਇੱਕ ਵੱਖਰੀ ਗੱਲ ਹੈ। ਪਰ ਇੱਕ ਸੌਫਟਵੇਅਰ ਹੈ, ਕਿ ਜਿਸ ਇਜ਼ਰਾਈਲ ਨੇ ਇੱਕ ਸੌਫਟਵੇਅਰ ਜਿਹੜਾ ਇੱਕ ਅਜਿਹਾ ਕਿਸੇ ਦੀ ਵੀ ਜਸੂਸੀ ਕਰ ਸਕਦਾ ਹੈ, ਕਿਸੇ ਦੇ ਫੋਨ ਦੇ ਵਿੱਚ ਵੜ ਕੇ ਉਸ ਦੀ ਹਰ ਗੱਲ ਤੁਹਾਡੇ ਤੱਕ ਪਹੁੰਚਾ ਸਕਦਾ ਹੈ, ਫਿਰ ਮੈਨੂੰ ਇਹ ਦੱਸੋ ਜਿਨ੍ਹਾਂ ਲੋਕਾਂ ਨੇ ਇਹ ਸੌਫਟਵੇਅਰ ਬਣਾ ਦਿੱਤਾ ਦੁਨੀਆ ਦੇ ਵਿੱਚ ਤੇ ਉਹਨਾਂ ਨੂੰ ਇਹ ਸੌਫਟਵੇਅਰ ਵੇਚਣ ਦੀ ਇਜਾਜ਼ਤ ਵੀ ਮਿਲ ਗਈ ਇਸ ਤਰ੍ਹਾਂ ਦਾ ਸਪਾਈਵੇਅਰ, ਤੇ ਉਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਹੋ ਰਹੀ, ਤੇ ਇਹ ਦੱਸੋ ਕਿ ਦੇਸ਼ ਦੁਨੀਆ ਦੇ ਵਿੱਚ ਉਹ ਕਿਹੜੇ ਵਿਅਕਤੀ ਦੀ ਜਸੂਸੀ ਨਾ ਕਰ ਰਹੇ ਹੋਣਗੇ, ਉਹਨਾਂ ਨੇ ਕੀ ਨਾ ਕੀਤਾ ਹੋਵੇਗਾ। ਬਿਲਕੁਲ, ਦੇਖੋ ਜੀ ਸਮੇਂ ਦੀ ਗੱਲ ਆ, ਅੱਜ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੇ ਖਰੀਦਿਆ ਤੇ ਇਹ ਜਸੂਸੀ ਕਰਵਾ ਰਹੇ ਨੇ ਤੇ ਇਹਨਾਂ ਦੀ ਜਸੂਸੀ ਵੀ ਉਹ ਕਰ ਰਹੇ ਹੋਣਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਤੇ ਅਸੀਂ ਜਾਣਦੇ ਹਾਂ ਕਿ ਅਮਰੀਕਾ ਦੀਆਂ ਵੱਖ-ਵੱਖ ਕੋਰਟਸ ਦੇ ਵਿੱਚ ਪੈਗਾਸਸ ਦੀ ਜਿਹੜੀ ਮਦਰ ਫਰਮ ਆ ਉਹਦੇ ਤੇ ਵੀ ਕੇਸ ਚੱਲਦੇ ਨੇ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹਦੇ ਲਈ ਹੋ ਹੱਲਾ ਵੈਸੇ ਵੀ ਹੁੰਦਾ ਰਿਹਾ। ਕੁਲਦੀਪ ਜੀ, ਜਿਹੜੀ ਤੁਸੀਂ ਗੱਲ ਕੀਤੀ ਕਿ ਸਰਕਾਰ ਬਹੁਤ ਮਜ਼ਬੂਤ ਆ, ਬਿਲਕੁਲ ਠੀਕ ਆ, ਨੰਬਰਾਂ ਦੀ ਗੇਮ ਦੇ ਵਿੱਚ ਬਹੁਤ ਮਜ਼ਬੂਤ ਹੈ, ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਉਹਨਾਂ ਕੋਲ ਨੰਬਰਸ ਜਿਹੜੇ ਨੇ ਪੂਰੇ ਨੇ ਤੇ ਉਹ ਮਤੇ ਜਿਹੜੇ ਨੇ ਉਹ ਪਾ ਸਕਦੇ ਨੇ।
ਇਸ ਗੱਲ ਨੂੰ ਜਦੋਂ ਅਸੀਂ ਦੂਜੇ ਪਾਸਿਓਂ ਦੇਖਦੇ ਹਾਂ ਤੇ ਇਹਨੂੰ ਲੋਕਤੰਤਰ ਦੀਆਂ ਖਾਮੀਆਂ ਦੇ ਵਿੱਚ ਵੀ ਗਿਣਿਆ ਜਾ ਸਕਦਾ। ਤੁਸੀਂ ਕੁਝ ਲੋਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਫੋਨ ਦੇ ਵਿੱਚ ਇਹ ਸੌਫਟਵੇਅਰ ਪਾਇਆ ਗਿਆ, ਉਹਦੇ 'ਚ ਬਹੁਤ ਸਾਰੇ ਲੋਕ ਨੇ ਤੇ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ, ਜਿਨ੍ਹਾਂ ਦੇ ਵਿੱਚ ਬੀਜੇਪੀ ਦੀ ਮੰਤਰੀ ਮੰਡਲ 'ਚ ਸ਼ਾਮਲ ਹੋਏ ਅਸ਼ਵਨੀ ਵੈਸ਼ਨਵ ਦਾ ਨਾਮ ਵੀ ਆਉਂਦਾ, ਜਿਹੜੇ ਪਹਿਲਾਂ ਮਿਨਿਸਟਰ ਨਹੀਂ ਸਨ, ਬਾਅਦ ਵਿੱਚ ਮਿਨਿਸਟਰ ਬਣੇ। ਤੇ ਨਾਲ ਦੀ ਨਾਲ ਇੱਕ ਮਹਿਲਾ ਵਰਕਰ ਦਾ ਨਾਮ ਵੀ ਆਉਂਦਾ, ਜਿਹੜੇ ਸੁਪਰੀਮ ਕੋਰਟ ਦੇ ਵਿੱਚ ਜੌਬ ਤੇ ਸੀ ਤੇ ਮੌਜੂਦਾ ਉਸ ਵੇਲੇ ਦੇ ਜਿਹੜੇ ਚੀਫ ਜਸਟਿਸ ਸੀ, ਉਹਨਾਂ ਦੇ ਉੱਤੇ ਉਹਨਾਂ ਮਹਿਲਾ ਵਰਕਰ ਨੇ ਆਰੋਪ ਲਾਏ ਸੀ ਕਿ ਇਹ ਮੈਨੂੰ ਤੰਗ ਕਰਦੇ ਰਹੇ ਨੇ। ਸੋ ਇਹਨਾਂ ਚੀਜ਼ਾਂ ਨੂੰ ਦੇ ਵਿੱਚ ਅਮਰਿਤ ਜੀ ਤੁਸੀਂ ਦੇਖੋ, ਮੈਂ ਤੁਹਾਡੀ ਗੱਲ ਕੱਟ ਰਿਹਾ, ਮਾਫ ਕਰਨਾ। ਐਮਨੈਸਟੀ ਇੰਟਰਨੈਸ਼ਨਲ, ਵੈਸੇ ਤੇ ਐਮਨੈਸਟੀ ਇੰਟਰਨੈਸ਼ਨਲ ਨੇ 2021 ਦੇ ਵਿੱਚ ਰਿਕਗਨਾਈਜ਼ ਕੀਤਾ ਸੀ ਕਿ ਇਸ ਨੇ ਇੰਡੀਆ ਦੇ ਵਿੱਚ 10 ਤੋਂ ਵੱਧ ਜਿਹੜੇ ਕੇਸ ਆ ਉਹ ਉਹਨਾਂ ਨੇ ਬਿਲਕੁਲ ਉਹਨਾਂ ਬਾਰੇ ਕਿਹਾ ਹੈ ਕਿ ਆਹ ਲੋਕਾਂ ਦੇ ਸੌਫਟਵੇਅਰ ਜਿਹੜੇ ਹੋਏ ਨੇ, ਇਸ ਵਿੱਚ ਇੱਕ ਪੰਜਾਬ ਦਾ ਵਕੀਲ ਵੀ ਹੈ, ਹੋਰ ਵੀ ਲੋਕ ਨੇ, ਆਮ ਲੋਕ ਵੀ ਨੇ ਕੁਝ, ਤੇ ਕੁਝ ਖਾਸ ਲੋਕ ਨੇ। ਕਿ ਦੂਸਰੇ ਵਿਰੋਧੀ ਧਿਰ ਦੇ ਰਾਜਨੀਤੀਵਾਨਾਂ ਨੂੰ ਹੁਣ ਇਸ ਤਰ੍ਹਾਂ ਨਕੇਲ ਪਾਵਾਂਗੇ ਅਸੀਂ? ਦੇਖੋ ਇੱਕ ਗੱਲ ਹੋਰ ਹੈ, ਇਹ ਜਿਹੜਾ ਸਿਸਟਮ ਸਾਡੇ ਮੁਲਕ ਦੇ ਵਿੱਚ ਬਣ ਗਿਆ ਨਾ ਜੀ, ਅੱਜ ਕੀ ਹੈ, ਕੀ ਗੱਲ ਹੈ ਕਿ ਤੁਸੀਂ ਦੱਸੋ ਕਿੰਨੀ ਵਾਰੀ ਫੋਨ ਟੈਪਿੰਗ ਦਾ ਮੁੱਦਾ ਵੀ ਇੱਥੇ ਉੱਠ ਚੁੱਕਾ ਹੈ। ਉਹ ਤੇ ਗੱਲਾਂ ਬਹੁਤ ਪਿੱਛੇ ਰਹਿ ਗਈਆਂ। ਫੋਨ ਟੈਪਿੰਗ ਜਿਹੜੀ ਹੈ ਕਦੇ ਫਿਲਮਾਂ ਵਿੱਚ ਸੁਣਿਆ ਕਰਦੇ ਸੀ ਜੀ, ਜਿਹੜੇ ਸਿਕਿਉਰਿਟੀ ਜਿਹੜੇ ਸੌਫਟਵੇਅਰ ਹੁੰਦੇ ਨੇ ਬੜੇ ਸਟਰੋਂਗ ਹੁੰਦੇ ਨੇ, ਪਰ ਇਸ ਤਰ੍ਹਾਂ ਕਿਸੇ ਨੂੰ ਓਵਰਆਲ ਹਾਈਜੈਕ ਕਰ ਲਿਆ ਜਾਵੇਗਾ, ਇਸ ਤਰ੍ਹਾਂ ਦੀ ਐਗਜ਼ਾਮਪਲ ਜਿਹੜੀ ਹੈ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੀ ਜੀ। ਯਾਦ ਹੈ ਜੀ ਇੱਕ ਵਾਰ ਜਦੋਂ ਰਿਲਾਇੰਸ ਦੇ ਦੋਨੋਂ ਭਰਾ ਆਪਸ 'ਚ ਲੜਦੇ ਸੀ ਤੇ ਇਹਨਾਂ ਦੀ ਵੀ ਫੋਨ ਟੈਪਿੰਗ ਦਾ ਮਸਲਾ ਸੀ, ਰੌਲਾ ਉਦੋਂ ਵੀ ਇਜ਼ਰਾਈਲ ਦੀ ਕਿਸੇ ਫਰਮ ਦਾ ਪੈਂਦਾ ਸੀ। ਕੁਲਦੀਪ ਜੀ ਅਸੀਂ ਕਾਫੀ ਲੰਬਾ ਸਮਾਂ ਲੈ ਲਿਆ, ਇੱਕ ਬ੍ਰੇਕ ਲਈਏ ਤੇ ਫਿਰ ਕਰਦੇ ਹਾਂ ਗੱਲਬਾਤ ਜਿਹੜੀ ਬਾਕੀ ਹੈ ਜੀ। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ। ਕੁਲਦੀਪ ਜੀ ਅਸੀਂ ਗੱਲ ਕਰਦੇ ਸੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇੱਕ ਮਸਲਾ ਸੀ ਪੈਗਾਸਸ। ਮੈਂ ਗੱਲ ਕਰ ਰਿਹਾ ਸੀ ਜੀ ਕਿ ਬਦਨਾਮ ਕਹੋ, ਬਦਨਾਮ ਸੌਫਟਵੇਅਰ ਦੀ ਗੱਲ ਕਰ। ਉਹ ਦੇਖੋ ਬਿਲਕੁਲ ਠੀਕ ਹੈ ਜੀ, ਬਦਨਾਮ ਵੀ ਹੋंगे तो क्या नाम ना होगा। ਇਜ਼ਰਾਈਲ ਨੂੰ ਤਾਂ ਇਜ਼ਰਾਈਲ ਲਈ ਤਾਂ ਨਾਮ ਵਾਲਾ ਹੀ ਹੈ ਜੀ, ਰੁਪਈਆ 10-12 ਹਜ਼ਾਰ ਕਰੋੜ ਮਾਫ ਕਰਨਾ ਉਹਨੇ ਜੇਬ 'ਚ ਪਾ ਲਿਆ, ਉਹਨਾਂ ਨੂੰ ਬਦਨਾਮੀ ਕੀ ਕਹਿੰਦੀ ਹੈ ਇੰਨੇ 'ਚ। ਨਾਲੇ ਉਹਨਾਂ ਦੀ ਯੂਐਨਓ ਦੇ ਵਿੱਚ ਸੀਟ ਪੱਕੀ ਹੋ ਗਈ ਤੇ ਪੰਜਾਬ ਪੂਰੇ ਭਾਰਤ ਸਮੇਤ 18-19 ਮੁਲਕਾਂ 'ਚ ਰੌਲਾ ਪਿਆ, ਜੇ ਇੱਕ ਅੱਧਾ ਕੇਸ ਵੀ ਹੋ ਜੂ ਤੇ ਕੋਈ ਗੱਲ ਨਹੀਂ। ਸੋ ਅਸੀਂ ਵਾਪਸ ਮੁੜੀਏ ਜੀ, ਪੰਜਾਬ ਦੇ ਵਿੱਚ ਅਸੀਂ ਸਜ਼ਾ ਪ੍ਰਾਪਤ ਹੁੰਦੀ ਆ ਕਿਸੇ ਨੂੰ ਕਿਸੇ ਕੇਸ ਦੇ ਵਿੱਚ, ਉਸ ਤੋਂ ਬਾਅਦ ਸਜ਼ਾ ਖਤਮ ਹੋਣ ਤੋਂ ਬਾਅਦ ਵੀ ਜਦੋਂ ਉਹਦੀ ਰਿਹਾਈ ਨਹੀਂ ਹੁੰਦੀ ਤੇ ਉਹਨੂੰ ਵੀ ਅਸੀਂ ਮਨੁੱਖੀ ਅਧਿਕਾਰਾਂ ਦੇ ਵਿੱਚ ਗਿਣਦੇ ਹਾਂ ਕਿ ਉਹ ਇੱਕ ਵੱਡੀ ਸਮੱਸਿਆ ਹੈ। ਤੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ, ਫਿਰ ਵੀ ਉਹ ਜਿਹੜੇ ਨੇ ਉਹ ਹਾਲੇ ਤੱਕ ਜੇਲ੍ਹਾਂ ਵਿੱਚ ਨੇ। ਅਸੀਂ ਇਹਨਾਂ ਇਹੋ ਜਿਹੇ ਬਹੁਤ ਸਾਰੇ ਮਸਲੇ ਦੇਖੇ ਨੇ, 98 ਕਾ ਚੋਰ ਵਰਗੀਆਂ ਕਹਾਣੀਆਂ ਵੀ ਅਸੀਂ ਪੜ੍ਹੀਆਂ। ਤੇ ਅਸੀਂ ਅੱਜ ਦੀ ਗੱਲ ਕਰੀਏ ਜੇ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਮਸਲਾ ਬੜਾ ਉਛਲਿਆ ਹੋਇਆ ਇਹਨਾਂ ਇਲੈਕਸ਼ਨਸ ਦੇ ਵਿੱਚ, ਤੇ ਕੇਜਰੀਵਾਲ ਜਿਹੜੀ ਦਿੱਲੀ ਵਾਲੀ ਸਰਕਾਰ ਆ ਉਹਦੇ ਨਾਲ ਉਹਨੂੰ ਜੋੜਿਆ ਜਾ ਰਿਹਾ। ਤੇ ਕੀ ਹੈ ਜੀ ਮਸਲਾ ਤੇ ਕੀ ਕਹਿੰਦੀ ਆ ਹੁਣ ਦਿੱਲੀ ਸਰਕਾਰ ਇਸ ਬਾਰੇ? ਦਵਿੰਦਰਪਾਲ ਭੁੱਲਰ ਦੀ ਰਿਹਾਈ ਬਾਰੇ ਕੇਜਰੀਵਾਲ ਤੇ ਸਖਤੀ ਜਿਹੜੀ ਆ ਹੋਈ ਆ, ਸਾਰਿਆਂ ਨੇ ਘੇਰਿਆ ਸਿਵਾਏ ਕਾਂਗਰਸ ਤੋਂ ਜੀ। ਕਾਂਗਰਸ ਵਾਲੇ ਨਹੀਂ ਬਲਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਤਰ੍ਹਾਂ ਬੜੇ ਔਖੇ ਹੋ ਕੇ ਇੱਕ ਵੀਡੀਓ ਤਿਆਰ ਕਰਕੇ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਜੀ, ਜਿਸ ਵਿੱਚ ਉਹ ਅਰਵਿੰਦ ਕੇਜਰੀਵਾਲ ਨੂੰ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਦੀ ਫਾਈਲ ਤੇ ਸਾਈਨ ਕਰੋ ਤੇ ਤੁਸੀਂ ਇਸ ਤਰ੍ਹਾਂ ਆਖੋ, ਤੁਸੀਂ ਕੰਮ ਰੋਕਿਆ ਹੋਇਆ। ਕੁਝ ਮੁਜ਼ਾਹਰੇ ਵੀ ਹੋਏ ਨੇ ਜੀ, ਕਈ ਲੋਕਾਂ ਨੇ ਇਸ ਨੂੰ ਰਾਜਨੀਤਿਕ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਹੁਣ ਅਰਵਿੰਦ ਕੇਜਰੀਵਾਲ ਪਹਿਲਾਂ ਇਸ ਮਾਮਲੇ ਤੇ ਕੋਈ ਬਹੁਤਾ ਬੋਲੇ ਨਹੀਂ ਤੇ ਸਵਾਲਾਂ ਨੂੰ ਅਵੋਇਡ ਕਰਦੇ ਰਹੇ, ਇਨਕਲੂਡਿੰਗ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਇਹ ਜ਼ਰੂਰ ਰੱਖਦੇ ਰਹੇ ਕਿ ਇਸ ਨੂੰ ਰਾਜਨੀਤਿਕ ਤੌਰ ਤੇ ਵੇਖਿਆ ਜਾ ਰਿਹਾ ਹੈ ਜੀ। ਹੁਣ ਇਹ ਰੈਪਰਕਸ਼ਨਸ ਜਿਹੜੀਆਂ ਨੇ ਨਾ ਜੀ, ਦੂਸਰੇ ਦੀ ਬਾਂਹ ਮਰੋੜਨ ਨੂੰ ਸਮਾਂ ਨਹੀਂ ਲਾਉਂਦਾ ਇੱਥੇ ਕੋਈ ਵੀ ਰਾਜਨੀਤੀ ਵਿੱਚ। ਜਦੋਂ ਆਪਣੀ ਵਾਰੀ ਆਉਂਦੀ ਹੈ ਤੇ ਫੇਰ ਡਿਫੈਂਸਿਵ ਫੁੱਟ ਤੇ ਹੋ ਜਾਂਦੇ ਨੇ, ਪਰ ਦੂਸਰੇ ਨੂੰ ਇੱਕ ਵਾਰੀ ਸਮਝਾ ਦਿੰਦੇ ਨੇ ਕਿ ਭਾਈ ਇਸ ਮਾਮਲੇ ਤੇ ਤੂੰ ਜਵਾਬ ਦੇ, ਜਾਂ ਤਾਂ ਤੂੰ ਆਹ ਜਵਾਬ ਦੇ, ਜਾਂ ਤੂੰ ਆਹ ਜਵਾਬ ਦੇ। ਉਹ ਵੀ ਫਸ ਜਾਂਦਾ ਅਗਲਾ ਕਿ ਜੇ ਮੈਂ ਏ ਆਨਸਰ ਦਿੰਦਾ ਹੈ ਤੇ ਮੈਨੂੰ ਫਲਾਨਾ ਨਾਰਾਜ਼ ਹੋ ਜਾਵੇਗਾ, ਜੇ ਮੈਂ ਬੀ ਆਨਸਰ ਦਿੰਦਾ ਹੈ ਤੇ ਫਲਾਨਾ ਨਾਰਾਜ਼ ਹੋ ਜਾਵੇਗਾ ਜੀ। ਹੁਣ ਦਵਿੰਦਰਪਾਲ ਭੁੱਲਰ ਦੇ ਮਾਮਲੇ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਅੱਜ ਜਿਹੜੀ ਇੱਕ ਤਕਨੀਕੀ ਗੱਲ ਕੀਤੀ ਆ ਉਸ ਨੂੰ ਮਾੜਾ ਜਿਹਾ ਅਸੀਂ ਵਿਚਾਰ ਲਈਏ ਜੀ। ਹੁਣ ਉਹਨਾਂ ਨੇ ਕਿਹਾ ਕਿ ਦਿੱਲੀ ਇੱਕ ਹਾਫ ਸਟੇਟ ਹੈ, ਭਾਵ ਕਿ ਅੱਧਾ ਸੂਬਾ ਹੈ ਉਹ। ਉੱਥੇ ਦਿੱਲੀ ਦੀ ਸਰਕਾਰ ਦੀ ਜਿਹੜੀ ਹੈ ਪੁਲਿਸ ਤੇ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਜਿਹੜੀ ਆ
ਉਸ ਦੇ ਬਾਰੇ ਕੇਂਦਰ ਤੇ ਐਲਜੀ ਲੈਫਟੀਨੈਂਟ ਗਵਰਨਰ, ਜਿਹੜਾ ਕਿ ਕੇਂਦਰ ਦਾ ਬਿਠਾਇਆ ਹੋਇਆ ਉੱਥੇ ਇੱਕ ਪੰਜਾਬ ਦਾ ਜਿਵੇਂ ਗਵਰਨਰ ਹੈ, ਪਰ ਇਹ ਗਵਰਨਰ ਕੋਲ ਉਨੀਆਂ ਤਾਕਤਾਂ ਨਹੀਂ ਜਿੰਨੀਆਂ ਐਲਜੀ ਦੇ ਕੋਲ ਨੇ ਦਿੱਲੀ ਦੇ ਵਿੱਚ। ਇਸ ਗੱਲ ਦੀ ਮੈਨੂੰ ਵੈਸੇ ਅੱਜ ਤੱਕ ਸਮਝ ਨਹੀਂ ਆਈ ਕਿ ਦਿੱਲੀ ਨੂੰ ਜਦੋਂ ਸੂਬੇ ਦਾ ਦਰਜਾ ਦੇ ਦਿੱਤਾ ਜੀ ਤੇ ਫਿਰ ਤੁਸੀਂ ਉਹਨਾਂ ਲੋਕਾਂ ਦੀ ਮਰਜ਼ੀ ਜਿਹੜੀ ਆ ਉਸ ਦਾ ਖਿਆਲ ਕਿਉਂ ਨਹੀਂ ਰੱਖਦੇ? ਇਹ ਬੜੀ ਵਿਚਿੱਤਰ ਸਥਿਤੀ ਆ ਜੀ ਦੁਨੀਆ ਦੇ ਵਿੱਚ। ਹੋਰ ਵੀ ਜਿੱਥੇ ਜਿੱਥੇ ਰਾਸ਼ਟਰੀ ਕੈਪੀਟਲਸ ਹੁੰਦੀਆਂ ਆ ਉੱਥੇ ਜਿਹੜੀਆਂ ਬਹੁਤੇ ਅਧਿਕਾਰ ਆ ਉਹ ਕੇਂਦਰ ਸਰਕਾਰ ਕੋਲ ਹੀ ਹੁੰਦੇ ਨੇ। ਪਰ ਗੱਲ ਤੁਹਾਡੀ ਠੀਕ ਆ ਕਿ ਉਹ ਜਿਹੜੀ ਕਹਾਣੀ ਆ ਉਹ ਬੜੀ ਗੁੰਝਲਦਾਰ ਮੈਂ ਇਹ ਗੱਲ ਕਰਦਾ ਕੇਂਦਰ ਸਰਕਾਰ ਕੋਲ ਹੋਣ, ਪਰ ਜੇ ਕੇਂਦਰ ਸਰਕਾਰ ਕੋਲ ਨੇ ਤਾਂ ਫਿਰ ਦਿੱਲੀ ਦੀ ਸਰਕਾਰ ਵੱਖਰੇ ਤੌਰ ਤੇ ਬਣਾਉਣ ਦੀ ਕੀ ਲੋੜ ਹੈ? ਬਿਲਕੁਲ। ਜੇ ਲੋਕਾਂ ਨੇ ਆਪਣੀ ਮਰਜ਼ੀ, ਦੇਖੋ ਬਾਕੀ ਸੂਬਿਆਂ ਦੇ ਲੋਕ ਜਿਹੜੇ ਨੇ ਆਪਣੇ ਕਾਨੂੰਨ ਵਿਵਸਥਾ ਜਿਹੜੀ ਆ ਉਸਨੂੰ ਕਾਇਮ ਰੱਖਣ ਲਈ ਪੁਲਿਸਿੰਗ ਐਂਡ ਹੋਰ ਜਿਹੜੇ ਕੋਈ ਮੁੱਦੇ ਨੇ ਉਹਨਾਂ ਦੇ ਵਾਸਤੇ ਆਪਣੇ ਲੋਕਾਂ ਦੀ ਚੋਣ ਕਰਦੇ ਨੇ। ਜਿਵੇਂ ਪੰਜਾਬ ਵਿੱਚ ਹੁਣ ਅਸੀਂ ਚੋਣ ਕਰਨੀ ਹੈ ਕਿ ਸਾਨੂੰ ਅਗਲੇ 5 ਸਾਲ ਵਾਸਤੇ ਆਹ ਲੋਕ ਸਾਡੇ ਡਿਸੀਜਨ ਲੈਣਗੇ, ਤੇ ਜੇ ਉਹਨਾਂ ਦੇ ਚੁਣੇ ਹੋਏ ਲੋਕ ਡਿਸੀਜਨ ਨਹੀਂ ਲੈ ਸਕਦੇ ਫਿਰ ਇਹੋ ਜਿਹੀ ਚੁਣੀ ਹੋਈ ਸਰਕਾਰ ਦਾ ਮਤਲਬ ਕੀ ਹੈ? ਚਲੋ ਇਹ ਵੱਡਾ ਵਿਸ਼ਾ, ਅਸੀਂ ਇਹਨੂੰ ਅੰਦਰ ਨੂੰ ਸਮੇਟਦੇ ਹਾਂ ਹੁਣ ਜੀ। ਅਰਵਿੰਦ ਕੇਜਰੀਵਾਲ ਕਹਿੰਦੇ ਨੇ, ਉਹਨਾਂ ਨੇ ਤਕਨੀਕੀ ਤੌਰ ਤੇ ਦੱਸਿਆ ਕਿ ਇਸ ਮਾਮਲੇ ਤੇ ਕੇਂਦਰ ਸਰਕਾਰ ਤੇ ਲੈਫਟੀਨੈਂਟ ਗਵਰਨਰ ਦੇ ਹੱਥਾਂ ਵਿੱਚ ਸਾਰਾ ਕੁਝ ਹੈ, ਉਹ ਕੁਝ ਕਰ ਸਕਦੇ ਨੇ। ਤੇ ਪਰ ਅਸੀਂ ਕੀ ਕਰ ਸਕਦੇ ਹਾਂ? ਉਹਨਾਂ ਨੇ ਕਿਹਾ ਕਿ ਇੱਕ ਸੈਂਟੈਂਸ ਰਿਵਿਊ ਬੋਰਡ ਹੁੰਦਾ ਹੈ। ਸੈਂਟੈਂਸ ਭਾਵ ਸਜ਼ਾ, ਰਿਵਿਊ ਭਾਵ ਕਿ ਮੁਲਾਂਕਣ ਕਰਨਾ, ਉਸਦਾ ਦੁਬਾਰਾ ਦੇਖਣਾ ਉਸਨੂੰ। ਸੈਂਟੈਂਸ ਰਿਵਿਊ ਭਾਵ ਕਿਸੇ ਦੀ ਸਜ਼ਾ ਘਟਾਉਣ ਲਈ ਇੱਕ ਬੋਰਡ ਹੁੰਦਾ ਹੈ ਜਿਸ ਨੇ ਆਪਣੀ ਸਿਫਾਰਿਸ਼ ਜਿਹੜੀ ਹੈ ਉਹ ਕਰਨੀ ਹੁੰਦੀ ਆ ਆਪਣੇ ਡਿਸੀਜਨ ਲੈ ਕੇ। ਉਹ ਜਿਹੜਾ ਅਧਿਕਾਰ ਹੈ ਉਹ ਅਰਵਿੰਦ ਕੇਜਰੀਵਾਲ ਦੇ ਕੋਲ ਹੈ ਜੀ। ਸੈਂਟੈਂਸ ਬੋਰਡ ਜਿਹੜਾ ਹੈ ਉਹ ਰਿਵਿਊ ਬੋਰਡ ਜਿਹੜਾ ਹੈ ਉਹ ਬਿਠਾ ਸਕਦੇ ਨੇ। ਇਸ ਵਿੱਚ ਕਹਿੰਦੇ ਨੇ ਕਿ ਮੌਜੂਦਾ ਜੱਜ ਤੇ ਅਫਸਰ ਸ਼ਾਮਲ ਹੁੰਦੇ ਨੇ ਅਤੇ ਜਿਹੜੀ ਰਿਪੋਰਟ ਉਹ ਤਿਆਰ ਕਰਦੇ ਨੇ ਉਹ ਰਿਪੋਰਟ ਜਿਹੜੀ ਹੈ ਸਰਕਾਰ ਉਹ ਐਲਜੀ ਨੂੰ ਭੇਜ ਸਕਦੀ ਹੈ ਤੇ ਅਖੀਰ ਉਹ ਕੇਂਦਰ ਕੋਲ ਜਾਵੇਗੀ, ਗ੍ਰਹਿ ਮੰਤਰਾਲੇ ਕੋਲ ਜਾਵੇਗੀ, ਜੇ ਜਿੱਥੇ ਵੀ ਜਾਵੇਗੀ। ਇਹ ਹੁਣ ਉਹਨਾਂ ਦਾ ਮਸਲਾ ਹੈ। ਉਹਨਾਂ ਨੇ ਗ੍ਰਹਿ ਸਕੱਤਰ ਨੂੰ ਕਹਿੰਦੇ ਕਿ ਆਪਣੇ ਹੋਮ ਸੈਕਟਰੀ ਨੂੰ ਫੋਨ ਕਰਕੇ ਇਹ ਕਹਿ ਦਿੱਤਾ ਹੈ ਕਿ ਬੋਰਡ ਦੀ ਮੀਟਿੰਗ ਛੇਤੀ ਤੋਂ ਛੇਤੀ ਬੁਲਾ ਕੇ ਇਸ ਬਾਰੇ ਅਫਸਰਾਂ ਦੀ ਤੇ ਜਿਹੜੇ ਜੱਜ ਸਾਹਿਬਾਨ ਹਨ ਉਹਨਾਂ ਦੀ ਰਾਏ ਲੈ ਕੇ ਇਹ ਮਸਲਾ ਜਿਹੜਾ ਹੈ ਚਿੱਠੀ ਹੈ ਉਹ ਲੈਫਟੀਨੈਂਟ ਗਵਰਨਰ ਨੂੰ ਭੇਜ ਦਿੱਤਾ ਜਾਵੇ ਜੀ। ਹੁਣ ਕੀ ਉਹ ਅਫਸਰ ਸਾਹਿਬਾਨ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਦੀ ਗੱਲ ਮੰਨਣਗੇ ਜਾਂ ਅਰਵਿੰਦ ਕੇਜਰੀਵਾਲ ਤੇ ਰੂਲ ਬਣਾ ਕੇ ਕਹਿ ਸਕਦੇ ਨੇ ਦਿੱਲੀ ਦੇ ਵਿੱਚ ਕਿ ਦਿੱਲੀ ਦੇ ਫਲਾਣੇ ਇਲਾਕੇ ਦੇ ਵਿੱਚ ਇੱਥੇ ਜਾ ਕੇ ਇੰਨੇ ਦਾ ਤੇ ਅਸੀਂ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਜਿਹੜਾ ਹੈ ਉਹ ਕਰਫਿਊ ਲਾ ਦਿਓ, ਪਰ ਉਸਨੂੰ ਲਾਗੂ ਫਿਰ ਕਿਸ ਨੇ ਕਰਨਾ ਹੈ ਤੇ ਉਸ ਤੇ ਅਸਲੀ ਐਕਸ਼ਨ ਕਿਹਨੇ ਲੈਣਾ ਹੈ ਉਹ ਫਿਰ ਆਪ ਜੀ ਨੂੰ ਪਤਾ ਹੈ ਕਿ ਪੁਲਿਸਿੰਗ ਤੇ ਜਿਹੜੀਆਂ ਲਾਅ ਐਂਡ ਆਰਡਰ ਏਜੰਸੀਜ਼ ਨੇ ਉਹ ਕੇਂਦਰ ਦੇ ਤੇ ਲੈਫਟੀਨੈਂਟ ਗਵਰਨਰ ਦੇ ਅੰਡਰ ਨੇ। ਦਵਿੰਦਰਪਾਲ ਭੁੱਲਰ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਅਗਲਾ ਕਦਮ ਲੈ ਲਿਆ। ਉਹਨਾਂ ਨੇ ਇਹ ਕਿਹਾ ਕਿ ਅਸੀਂ ਸੈਂਟੈਂਸ ਰਿਵਿਊ ਬੋਰਡ ਨੂੰ ਕਹਿ ਦਿੱਤਾ ਕਿ ਆਪਣੀ ਮੀਟਿੰਗ ਕਰਕੇ ਇਸ ਬਾਰੇ ਕੋਈ ਨਾ ਕੋਈ ਫੈਸਲਾ ਲੈ ਕੇ ਤੇ ਲੈਫਟੀਨੈਂਟ ਗਵਰਨਰ ਨੂੰ ਫਾਈਲ ਭੇਜੀ ਜਾਵੇ। ਇਸ ਤੋਂ ਪਹਿਲਾਂ ਇੰਟਰਸਟਿੰਗ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਰਹੇ ਨੇ ਕਿ ਸਾਡੀ ਫਾਈਲ ਜਿਹੜੀ ਹੈ ਲੈਫਟੀਨੈਂਟ ਗਵਰਨਰ ਦੇ ਕੋਲ ਪਹਿਲਾਂ ਤੋਂ ਪਈ ਹੋਈ ਹੈ। ਪਹਿਲਾਂ ਇਹ ਗੱਲ ਨਹੀਂ ਆਖਦੇ ਕਿ ਇਸ ਤਰ੍ਹਾਂ ਦਾ ਬੋਰਡ ਵੀ ਹੁੰਦਾ ਹੈ ਤੇ ਹੁਣ ਅਸੀਂ ਇਹ ਫਾਈਲ ਅੱਗੇ ਫਾਰਵਰਡ ਕਰਾਂਗੇ। ਕੁਲਦੀਪ ਜੀ, ਅਸੀਂ ਬਿਲਕੁਲ ਜਾਣਦੇ ਹਾਂ ਕਿ ਮਸਲੇ ਜਿਹੜੇ ਨੇ ਉਹ ਚੋਣਾਂ ਦੇ ਨੇੜੇ ਆ ਕੇ ਚੁੱਕੇ ਜਾਂਦੇ ਨੇ। ਦਵਿੰਦਰਪਾਲ ਸਿੰਘ ਭੁੱਲਰ ਵਾਲਾ ਕੇਸ ਬੜਾ ਪੁਰਾਣਾ ਆ ਤੇ ਉਹਨਾਂ ਦੀ ਸਜ਼ਾ ਪੂਰੀ ਹੋਈ ਨੂੰ ਵੀ ਰੋਕਣਾ ਟਾਈਮ ਹੋ ਚੁੱਕਿਆ। ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ, ਚਾਹੇ ਉਹ 17 ਤੋਂ 22 ਵਾਲੀ ਹੋਵੇ ਤੇ ਚਾਹੇ ਉਹ 12 ਤੋਂ 17 ਵਾਲੀ, ਉਦੋਂ ਵੀ ਇਹ ਮਸਲੇ ਉੱਠਦੇ ਰਹੇ ਨੇ। ਪਰ ਹੁਣ ਕਿਉਂਕਿ ਇਲੈਕਸ਼ਨ ਦਾ ਸਮਾਂ ਆ ਤੇ ਇਸ ਕਰਕੇ ਅਜਿਹੇ ਮਸਲਿਆਂ ਦਾ ਉੱਠਣਾ ਲਾਜ਼ਮੀ ਆ। ਇਹਨਾਂ ਮਸਲਿਆਂ ਦਾ ਬਣਨਾ ਕੀ ਆ ਇਹ ਅਸੀਂ 10 ਮਾਰਚ ਤੋਂ ਬਾਅਦ ਦੇਖਾਂਗੇ। ਫਿਰ ਗੱਲਾਂ ਜਿਹੜੀਆਂ ਆ ਉੱਥੇ ਦੀਆਂ ਉੱਥੇ ਆ ਜਾਣੀਆਂ ਨੇ। ਹੀਰ ਸਾਹਿਬ, ਜੇ ਅਸੀਂ ਅਗਲੀ ਗੱਲ ਵੱਲ ਆਈਏ ਤੇ ਨਵਜੋਤ ਸਿੰਘ ਸਿੱਧੂ ਇੱਕ ਅਜਿਹਾ ਚਿਹਰਾ ਨੇ ਸਿਆਸਤ ਵਿੱਚ ਜਿਹੜੇ ਬਹੁਤ ਉਭਾਰ ਵਿੱਚ ਨਜ਼ਰ ਆਉਂਦੇ ਨੇ, ਬਹੁਤ ਵਾਰ ਬਹੁਤ ਚੰਗੇ ਤਰੀਕੇ ਨਾਲ ਨਜ਼ਰ ਆਉਂਦੇ ਨੇ, ਕਈ ਵਾਰ ਉਹ ਬੜਬੋਲੇਪਨ ਲਈ ਵੀ ਦਿਖਦੇ ਜਾਂਦੇ ਨੇ ਤੇ ਬਹੁਤ ਵਾਰ ਉਹ ਭੀੜ ਚੋਂ ਇਕੱਲੇ ਵੀ ਨਜ਼ਰ ਆਉਂਦੇ ਨੇ। ਉਹਨਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਦਾਅ ਖੇਡ ਦਿੱਤਾ। ਸਾਰੇ ਪੰਜਾਬ ਵਿੱਚ ਇਸੇ ਸੀਟ ਦੀ ਚਰਚਾ ਜਿਹੜੀ ਆ ਅੱਜ ਹੋ ਰਹੀ ਹੈ। ਹਾਲਾਂਕਿ ਅਸੀਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਮੈਂ ਕਿ ਇਸ ਸੀਟ ਦੀ ਲੜਾਈ ਨੇ ਸਿਵਾਏ ਸੁਰਖੀਆਂ ਤੋਂ ਕੁਝ ਨਹੀਂ ਜੇ ਦੇਣਾ। ਮੁੱਦੇ ਜਿਹੜੇ ਆ ਉਹ ਗਾਇਬ ਹੋ ਜਾਣੇ ਆ, ਚਿਹਰੇ ਜਿਹੜੇ ਵੱਡੇ ਹੋ ਜਾਣੇ ਆ, ਵੱਡੇ ਵੱਡੇ ਬਿਆਨ, ਤੱਤੇ ਬਿਆਨ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਜਾਣੇ ਨੇ। ਨਵਜੋਤ ਸਿੰਘ ਸਿੱਧੂ ਨੇ ਅੱਜ ਪਰਚਾ ਭਰ ਦਿੱਤਾ ਤੇ ਹੁਣ ਇਹ ਲੜਾਈ ਜਿਹੜੀ ਆ ਜੀ ਉਹ ਗਹਿ ਗੱਚ ਹੋਣੀ ਆ, ਜਿਵੇਂ ਤੁਸੀਂ ਕੱਲ ਵੀ ਦੱਸਿਆ ਸੀ। ਸਿੱਧੂ ਸਾਹਿਬ ਕੀ ਕਹਿੰਦੇ ਆ ਜੀ ਇਹਦੇ ਬਾਰੇ? ਹੁਣ ਦੇਖੋ, ਉਹਨਾਂ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਜੀ। ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਤੇ ਜਿਸ ਹਲਕੇ ਤੋਂ ਉਹ ਖੜੇ ਨੇ ਉੱਥੇ ਅਕਾਲੀ ਦਲ ਨੇ ਬੜੇ ਧਮਾਕਾ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੂੰ
ਦੂਸਰੀ ਟਿਕਟ ਉੱਥੋਂ ਦਿੱਤੀ ਹੈ, ਪਹਿਲੀ ਟਿਕਟ ਉਹਨਾਂ ਨੂੰ ਮਜੀਠਾ ਹਲਕੇ ਤੋਂ ਮਿਲੀ ਹੋਈ ਹੈ ਜੀ। ਹੁਣ ਇੱਥੇ ਮੁਕਾਬਲਾ ਹੋਵੇਗਾ। ਉਸ ਤੋਂ ਇਹ ਜੇ ਮੈਂ ਇਹ ਕਹਿ ਦੇਵਾਂ ਕਿ ਨਵਜੋਤ ਸਿੰਘ ਸਿੱਧੂ ਦਾ ਤਾਂ ਮੈਨੂੰ ਪਤਾ ਨਹੀਂ, ਕਿਉਂਕਿ ਉਦੋਂ ਤੋਂ ਬਾਅਦ ਬਹੁਤਾ ਸਾਹਮਣੇ ਨਹੀਂ ਸੀ ਆਏ, ਜਾਂ ਬੀਬੀ ਨਵਜੋਤ ਕੌਰ ਸਿੱਧੂ ਬਹੁਤ ਕੌਨਫੀਡੈਂਸ ਵਿੱਚ ਸਨ, ਉਹ ਲੱਗੇ ਨਹੀਂ ਮੈਨੂੰ। ਉਹਨਾਂ ਨੇ ਜਿਸ ਤਰ੍ਹਾਂ ਗੱਲ ਕੀਤੀ, ਥੋੜਾ ਜਿਹਾ ਇਸ ਗੱਲ ਤੋਂ ਉਹ ਚਿੰਤਤ ਨਜ਼ਰ ਆਏ ਬੀਬੀ ਨਵਜੋਤ ਕੌਰ ਸਿੱਧੂ ਕਿ ਮਜੀਠੀਆ ਇੱਥੇ ਆ ਗਿਆ ਜੀ। ਹੁਣ ਮਜੀਠੀਆ ਦਾ ਵੀ ਆਪਣਾ ਇਲਾਕਾ ਹੈ, ਨਵਜੋਤ ਸਿੰਘ ਸਿੱਧੂ ਦੀ ਆਪਣੀ ਪੈਠ ਹੈ, ਪਰ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਤਿੱਖੇ ਜਿਹੜੇ ਸਿੱਧੇ ਹਮਲੇ ਨੇ ਉਹ ਬਿਕਰਮ ਸਿੰਘ ਮਜੀਠੀਆ ਤੇ ਕੀਤੇ ਨੇ। ਇੱਕ ਤੇ ਉਹਨਾਂ ਨੇ ਆਖਿਆ ਕਿ ਜੇ ਲੜਨਾ ਹੈ ਤੇ ਤੂੰ ਇਸ ਤਰ੍ਹਾਂ ਕਰ, ਫਿਰ ਮਜੀਠੀਏ ਵਾਲੀ ਸੀਟ ਛੱਡ ਦੇ, ਉਹ ਕਿਸੇ ਹੋਰ ਨੂੰ ਦੇ ਦੇ ਤੇ ਇੱਥੋਂ ਆ ਕੇ ਹੀ ਲੜ ਜੀ। ਸਪਸ਼ਟ ਮਤਲਬ ਸਪਸ਼ਟ ਹੈ ਕਿ ਦੋ ਸੀਟਾਂ ਤੇ ਤੋਂ ਖੜੇ ਇਸਨੇ ਵੀ ਚਲੋ ਇੱਕ ਤੋਂ ਹਾਰ ਗਏ ਤੇ ਦੂਸਰੇ ਤੇ ਤਾਂ ਹੋਵਾਂਗੇ ਕਾਇਮ। ਹੁਣ ਪਿਛਲੀ ਵਾਰੀ ਵੀ ਕਈ ਲੋਕ ਦੋ ਸੀਟਾਂ ਤੋਂ ਖੜੇ ਸੀ, ਕੈਪਟਨ ਅਮਰਿੰਦਰ ਸਿੰਘ ਇੱਕ ਪਟਿਆਲੇ ਤੋਂ ਖੜੇ ਸੀ ਤੇ ਦੂਸਰਾ ਜਾ ਕੇ ਲੰਬੀ ਤੇ ਉਹਨਾਂ ਨੇ ਪੇਪਰ ਦਾਖਲ ਕੀਤੇ ਸੀ। ਹੁਣ ਇਹ ਸਾਰੀਆਂ ਗੱਲਾਂ ਨੇ, ਇਹ ਕੇਂਦਰ ਦੇ ਵਿੱਚ ਵੀ ਰਿਵਾਜ ਹੈ। ਨਰਿੰਦਰ ਮੋਦੀ ਨੇ ਵੀ ਇਸ ਤਰ੍ਹਾਂ ਕੀਤਾ, ਰਾਹੁਲ ਗਾਂਧੀ ਤੋਂ ਅਮੇਠੀ ਛੁੱਟ ਚੁੱਕੀ ਹੈ ਤੇ ਵਾਇਨਾਡ ਤੋਂ ਉਹ MP ਚੁਣੇ ਗਏ ਸਨ ਜੀ। ਹੋਰ ਇੱਕ ਗੱਲ ਹੈ ਕਿ ਸਾਡੇ ਇਹ ਰਿਵਾਜ ਪੈ ਗਿਆ ਕਿ ਮੌਜੂਦਾ MLA ਨੂੰ MP ਲਈ ਖੜਾ ਕਰ ਦਿੱਤਾ ਜਾਂਦਾ ਹੈ, ਜਾਂ ਮੌਜੂਦਾ MP ਨੂੰ MLA ਲਈ ਜਿਹੜੀ ਹੈ ਉਹ ਵਿਧਾਨ ਸਭਾ ਦੀ ਟਿਕਟ ਜਿਹੜੀ ਹੈ ਦਿੱਤੀ ਜਾਂਦੀ ਹੈ। ਉਹ ਜੇ ਜਿੱਤ ਜਾਂਦੇ ਨੇ ਤੇ ਉਧਰੋਂ ਅਸਤੀਫਾ ਹੋ ਜਾਂਦਾ ਤੇ ਜੇ ਹਾਰ ਜਾਂਦੇ ਨੇ ਤੇ ਫਿਰ ਠੀਕ ਆ, ਪਹਿਲਾਂ ਵਾਲਾ ਸਟੇਟਸ ਤੇ ਹੈਗਾ ਹੀ ਆ ਜੀ। ਹੁਣ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ਨੂੰ ਇਸ ਗੱਲ ਤੇ ਚਿਤਾਰਿਆ ਕਿ ਤੁਸੀਂ ਆਓ, ਤੇ ਅੱਜ ਫਿਰ ਨਸ਼ੇ ਵਾਲਾ ਰਾਗ ਉਹਨਾਂ ਨੇ ਲਾਪਿਆ ਕਿ ਬਿਕਰਮਜੀਤ ਮਜੀਠੀਆ ਦੇ ਖਿਲਾਫ STF ਦੀ ਰਿਪੋਰਟ ਦੇ ਵਿੱਚ ਜਿਹੜੇ ਸਬੂਤ ਨੇ ਉਹਨਾਂ ਤੋਂ ਭੱਜ ਨਹੀਂ ਸਕਦੇ। ਇਹਨਾਂ ਨੇ ਰਲ ਕੇ 75-25 ਖੇਡਿਆ। ਹੁਣ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ। ਪਰਿਵਾਰਕ ਵਿਵਾਦ ਬਾਰੇ ਉਹਨਾਂ ਨੇ ਇਹ ਗੱਲ ਜਿਹੜੀ ਆ ਹੁਣ ਜਿਹੜੀ ਅੱਜ ਪਹਿਲੀ ਵਾਰੀ ਉਹ ਬੋਲੇ ਨੇ ਜੀ। ਕੱਲ ਬੀਬੀ ਨਵਜੋਤ ਕੌਰ ਸਿੱਧੂ ਬੋਲੇ ਸੀ ਤੇ ਅੱਜ ਨਵਜੋਤ ਸਿੰਘ ਸਿੱਧੂ ਖੁਦ ਬੋਲੇ ਨੇ। ਹੁਣ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਖਿਲਾਫ ਇਹਨਾਂ ਨੂੰ ਲੱਭਾ ਕੁਛ ਨਹੀਂ ਤਾਂ ਮੇਰੀ ਮਾਂ ਨੂੰ ਕਬਰਾਂ ਦੇ ਵਿੱਚੋਂ ਕੱਢ ਲਿਆ ਇਹਨੇ। 17 ਸਾਲਾਂ ਦੇ ਕੈਰੀਅਰ 'ਚ ਉਹਨਾਂ ਨੇ ਕਿਹਾ ਕਿ ਮੇਰੇ ਇੱਕ ਵੀ ਇਸ ਤਰ੍ਹਾਂ ਦਾ ਪਰਚਾ ਨਹੀਂ ਹੈ। ਜਿਹੜੀਆਂ ਗੱਲਾਂ ਹੁਣ ਨੇ ਉਹ ਵਿਅਕਤੀਗਤ ਗੱਲਾਂ ਨੇ, ਪਰ ਇਸ ਤਰ੍ਹਾਂ ਦਾ ਜਿਵੇਂ ਦੋਸ਼ ਇਹਨਾਂ ਤੇ ਲੱਗੇ ਨੇ ਤੇ 40 ਸਾਲ ਹੋ ਗਏ ਨੇ। ਉਹ ਕਹਿੰਦੇ ਨੇ ਕਿ ਮੇਰੇ ਮਾਂ ਪਿਓ ਨੂੰ ਇਸ ਦੁਨੀਆ ਤੋਂ ਗਿਆ ਹੋਇਆ ਨੂੰ, ਤੇ ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਵੇਟੇਜ ਹਾਸਲ ਕਰਨ ਲਈ ਇੱਕ ਘਿਨੌਣੀ ਹਰਕਤ ਕੀਤੀ ਹੈ ਜਿਸ ਦਾ ਮੈਂ ਇਹਨਾਂ ਨੂੰ ਜਵਾਬ ਦਿਆਂਗਾ। ਸੋ ਨਵਜੋਤ ਸਿੰਘ ਸਿੱਧੂ ਡਟ ਗਏ ਨੇ ਆਪਣੇ ਬਿਆਨ ਦੇ ਕੇ ਕਿ ਉਹਨਾਂ ਦੀ ਭੈਣ ਜਿਹੜੀ ਜਿਸਨੇ ਉਹਨਾਂ ਤੇ ਇਲਜ਼ਾਮ ਲਾਏ ਸੀ, ਕੀ ਉਹ ਹੋਰ ਅੱਗੇ ਵਧੇਗੀ ਆਪਣੇ ਇਲਜ਼ਾਮਾਂ ਤੋਂ ਜਾਂ ਸਿਰਫ ਉਹ ਇੱਥੇ ਤੱਕ ਹੀ ਸੀਮਿਤ ਰਹੇਗੀ, ਇਸ ਗੱਲ ਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਪਰ ਮੈਂ ਇਹਨੂੰ ਵਿਅਕਤੀਗਤ ਤੌਰ ਤੇ ਜੇ ਮੈਂ ਕਹਾਂ ਤੇ ਮੈਂ ਇਹ ਬਹੁਤੀ ਚੰਗੀ ਗੱਲ ਨਹੀਂ ਸਮਝਦਾ ਬੀਬਾ ਜੀ ਵੱਲੋਂ ਵੀ, ਤੇ ਸਿਰਫ ਇਲੈਕਸ਼ਨਾਂ ਦੇ ਲਾਗੇ ਆ ਕੇ ਉਹਨਾਂ ਦੀ ਸਾਖ ਨੂੰ ਢਾਹ ਲਾਉਣ ਦੀ ਖਾਤਰ ਜਿਹੜੇ ਇਹ ਕੰਮ ਕੀਤੇ ਗਏ ਨੇ। ਵਿਅਕਤੀਗਤ ਮਸਲਾ ਹੈ, ਜਿਹੜਾ ਉਹਨਾਂ ਦੇ ਪਿਤਾ ਜੀ ਦਾ ਮਸਲਾ ਹੈ ਉਸ ਨੂੰ ਵਿਅਕਤੀਗਤ ਸਮਝਣਾ ਚਾਹੀਦਾ ਹੈ। ਕਿਸੇ ਦੀ ਫੈਮਿਲੀ ਲਾਈਫ ਕਿਸ ਤਰ੍ਹਾਂ ਦੀ ਰਹੀ ਹੈ, ਜਸੀਂ ਮੌਕੇ ਦੀ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਤੇ ਜਿਹੜੀ ਅਸੀਂ ਕੱਲ ਵੀ ਗੱਲਾਂ ਕੀਤੀਆਂ ਸੀ ਉਹ ਉੱਥੇ ਕਾਇਮ ਦਾਇਮ ਨੇ। ਹਾਂ, ਕਈ ਵਾਰੀ ਲਾਈਨ ਤੋਂ ਉਖੜ ਜਾਂਦੇ ਨੇ। ਅਸੀਂ ਵਿਅਕਤੀਗਤ ਤੌਰ ਤੇ ਮੈਂ ਸੋਚਦਾ ਕਿ ਨਵਜੋਤ ਸਿੰਘ ਸਿੱਧੂ ਨਾਲ ਅਸੀਂ ਆਪਣੇ ਅਦਾਰੇ ਦੇ ਜ਼ਰੀਏ ਇਸ ਤਰ੍ਹਾਂ ਦੀ ਨੀਵੀਂ ਪੱਧਰ ਦੀ ਗੱਲਬਾਤ ਨਹੀਂ ਉਸ ਨੂੰ ਹਵਾ ਦੇਣ ਦੀ ਕੋਸ਼ਿਸ਼ ਸਾਡੇ ਵੱਲੋਂ ਹੋਵੇਗੀ ਕਦੇ ਵੀ। ਹਾਂ, ਸਿਆਸੀ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਤੇ ਜਿਹੜੀਆਂ ਗੱਲਾਂ ਉਹ ਕਰਦੇ ਨੇ ਉਹਨਾਂ ਤੇ ਉਹਨਾਂ ਦੀ ਜਿੱਥੇ ਸਾਨੂੰ ਗਲਤ ਲੱਗੇਗਾ ਅਸੀਂ ਖਿਚਾਈ ਕਰਦੇ ਰਵਾਂਗੇ। ਬਿਲਕੁਲ ਠੀਕ ਹੈ ਜੀ। ਆਮ ਆਦਮੀ ਪਾਰਟੀ ਨੇ ਵੀ ਉੱਥੇ ਆਪਣੇ ਕੈਂਡੀਡੇਟ ਦੇ ਜਿਹੜੇ ਪੇਪਰ ਨੇ ਉਹ ਭਰ ਦਿੱਤੇ ਨੇ ਤੇ ਭਾਜਪਾ ਵੱਲੋਂ ਵੀ ਉੱਥੇ ਇੱਕ ਕਹਿੰਦੇ ਸਟਰੋਂਗ ਇੱਕ ਸੀਨੀਅਰ IAS ਆਫੀਸਰ ਜਿਨ੍ਹਾਂ ਦੀ ਰਿਟਾਇਰਮੈਂਟ 'ਚ ਥੋੜਾ ਸਮਾਂ ਬਾਕੀ ਸੀ ਉਹਨਾਂ ਨੂੰ ਉੱਥੇ ਭੇਜ ਦਿੱਤਾ, ਜਿਨ੍ਹਾਂ ਨੂੰ UNO ਵੱਲੋਂ ਵੱਡੇ ਅਵਾਰਡ ਮਿਲੇ ਹੋਏ ਨੇ ਕਿ ਉਹਨਾਂ ਨੇ ਸਾਖਰਤਾ ਦੇ ਮਾਮਲੇ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਹੁਤ ਆਲਾ ਕੰਮ ਕੀਤੇ ਨੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਅਸੀਂ ਅਜਿਹੀਆਂ ਗੱਲਾਂ ਦਾ ਬਹੁਤਾ ਦਮ ਨਹੀਂ ਭਰਦੇ। ਇਹੋ ਜਿਹੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੁੱਦਿਆਂ ਦੀ ਰਾਜਨੀਤੀ, ਚੰਗੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਰਾਜਨੀਤੀ ਜਿਹੜੀ ਕਰਨੀ ਚਾਹੀਦੀ ਹੈ। ਪਰ ਫਿਰ ਵੀ ਅਸੀਂ ਜਾਣਦੇ ਹਾਂ ਜੀ ਜੋ ਚਾਹੀਦਾ ਹੈ ਤੇ ਜੋ ਹੁੰਦਾ ਹੈ ਉਹਦੇ ਵਿੱਚ ਅੰਤਰ ਹੈ। ਇਸੇ ਕਰਕੇ ਅਸੀਂ ਕੈਮਰੇ ਦੇ ਸਾਹਮਣੇ ਆ ਤੇ ਹੁਣ ਲੈਂਦੇ ਹਾਂ ਇੱਕ ਬ੍ਰੇਕ ਤੇ ਫਿਰ ਕਰਦੇ ਹਾਂ ਇਹਨਾਂ ਕੁਝ ਹੋਰ ਵਿਚਾਰਾਂ ਤੇ ਚਰਚਾ। ਪ੍ਰੋਗਰਾਮ ਵਿਚਾਰ ਚਰਚਾ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਭ ਦਾ ਸਵਾਗਤ ਹੈ। ਕੁਲਦੀਪ ਸਿੰਘ ਜੀ, ਆਪਾਂ ਗੱਲ ਕਰਦੇ ਸੀਗੇ ਨਵਜੋਤ ਸਿੰਘ ਸਿੱਧੂ ਦੀ ਤੇ ਨਾਲ ਦੀ ਨਾਲ ਅਸੀਂ ਗੱਲਾਂ ਇਹ ਵੀ ਕੀਤੀਆਂ ਕਿ ਕੋਈ MLA MP ਦੀ ਚੋਣ ਲੜਦਾ ਹੈ ਤੇ ਕੋਈ MP MLA ਦੀ ਚੋਣ ਲੜਦਾ ਹੈ। ਕਿਸੇ ਵੀ ਪਾਰਟੀ ਦੇ ਵਿੱਚ ਅਜਿਹੀਆਂ ਉਦਾਹਰਨਾਂ ਦੀ ਕਮੀ ਨਹੀਂ। ਪਰ ਇਸ ਵਾਰ BJP ਵੱਲੋਂ 2 ਅਜਿਹੇ ਉਮੀਦਵਾਰ ਉਤਾਰੇ ਗਏ ਨੇ ਜਿਹੜੇ ਕਿ ਕੌਮੀ ਪੱਧਰ ਤੇ ਕਮਿਸ਼ਨਸ ਦੇ ਵਿੱਚ ਚੇਅਰਮੈਨ ਦੇ ਤੌਰ ਤੇ ਬੈਠੇ ਨੇ। ਉਹਨਾਂ ਦੀ ਸਥਿਤੀ ਕੀ ਹੈ ਜੀ, ਉਹ ਦੱਸੋ।
ਦੇਖੋ, ਗੱਲ ਇਹ ਹੈ ਜੀ ਕਿ ਵਿਜੇ ਸਾਂਪਲਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ 2014 ਦੇ ਵਿੱਚ। ਜੀ ਤੇ 19 ਵਿੱਚ ਫਿਰ ਉਹਨਾਂ ਨੂੰ ਭਾਜਪਾ ਨੇ ਟਿਕਟ ਨਹੀਂ ਦਿੱਤੀ, ਉਹ ਉਹਨਾਂ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਦੇ ਦਿੱਤੀ ਗਈ ਸੀ, ਜੋ ਬਾਅਦ ਵਿੱਚ ਜਿੱਤ ਗਏ ਸੀ। ਜੀ ਤੇ ਵਿਜੇ ਸਾਂਪਲਾ ਉਦੋਂ ਆਊਟਸਾਈਡ ਕੈਂਡੀਡੇਟ ਸਨ 2014 ਦੇ ਵਿੱਚ, ਤੇ ਅਕਾਲੀ ਦਲ ਦੀ ਸਪੋਰਟ ਵੀ ਸੀ। ਜੀ ਬਿਲਕੁਲ। ਔਰ ਉਹਨਾਂ ਵੱਲੋਂ ਜਦੋਂ ਉਹਨਾਂ ਦੀ ਟਿਕਟ ਕੱਟੀ ਗਈ, ਵਿਜੇ ਸਾਂਪਲਾ ਨੇ ਕਿਹਾ ਸੀ ਟਵੀਟ ਕਰਕੇ ਉਸੇ ਵੇਲੇ ਕਿ ਇਹ ਗੋ ਹੱਤਿਆ ਹੋਈ ਹੈ, ਗਊ ਹੱਤਿਆ ਹੋਈ ਹੈ, ਜੀ ਤੇ ਇਹ ਉਹਨਾਂ ਨੂੰ ਬੀਜੇਪੀ ਨੂੰ ਨਹੀਂ ਕਰਨਾ ਚਾਹੀਦਾ ਸੀ। ਖੈਰ, ਉਸ ਨੂੰ ਠੀਕ ਕਰਨ ਲਈ, ਦਰੁਸਤ ਕਰਨ ਲਈ ਜਿਹੜਾ ਹੈ ਫਿਰ ਉਹਨਾਂ ਨੂੰ ਇੱਕ ਦੇਸ਼ ਦੇ ਅਨੁਸੂਚਿਤ ਜਾਤੀ ਕਬੀਲਿਆਂ ਦੇ ਕਮਿਸ਼ਨ ਜਿਹੜਾ ਬਣਿਆ ਗਿਆ, ਉਸ ਦੇ ਚੇਅਰਮੈਨ ਵਜੋਂ ਨਿਯੁਕਤੀ ਉਹਨਾਂ ਦੀ ਕਰ ਦਿੱਤੀ ਗਈ। ਜੀ ਇਹ ਵੀ ਵੱਡੀ ਪੋਸਟ ਹੈ, ਖੁਸ਼ ਕੀਤਾ ਗਿਆ ਉਹਨਾਂ ਨੂੰ। ਜੀ ਪਰ ਹੁਣ ਦੁਬਾਰਾ ਉਹਨਾਂ ਨੂੰ ਸਿਆਸਤ ਦੇ ਵਿੱਚ ਸਰਗਰਮ ਕਰਕੇ ਫਗਵਾੜੇ ਤੋਂ ਭਾਜਪਾ ਵੱਲੋਂ ਟਿਕਟ ਦਿੱਤੀ ਗਈ ਹੈ। ਜੀ ਇਹ ਗੱਲ ਤੇ ਵੈਸੇ ਉਸ ਦਿਨ ਵੇਖੀ ਜਾ ਰਹੀ ਸੀ ਕਿ ਜੋ ਇੱਕ ਵਿਅਕਤੀ ਕਮਿਸ਼ਨ ਦੇ ਅਹੁਦੇ ਤੇ ਬਿਰਾਜਮਾਨ ਹੋਵੇ, ਜੀ ਉਸ ਨੂੰ ਇੱਕ ਅਹੁਦੇ ਤੇ ਟਿਕਟ ਦੇਣੀ ਕਿੰਨੀ ਕੁ ਵਾਜਬ ਹੈ। ਜੀ ਤੇ ਦੂਸਰੀ ਗੱਲ ਹੈ ਕਿ ਜੇ ਉਹਨਾਂ ਨੂੰ ਟਿਕਟ ਦੇਣੀ ਹੈ ਤੇ ਪਹਿਲਾਂ ਅਸਤੀਫਾ ਕਿਉਂ ਨਹੀਂ ਦੇ ਦਿੱਤਾ ਜਾਂਦਾ ਉਸ ਤੋਂ। ਇਸੇ ਤਰ੍ਹਾਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਜਿਹੜੇ ਨੇ, ਉਹ ਸਾਬਕਾ ਪੁਲਿਸ ਅਫਸਰ ਨੇ ਪੰਜਾਬ ਦੇ ਵਿੱਚ, ਜੀ ਔਰ ਵੱਡੇ ਵੱਡੇ ਕੇਸਿਸ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਉਹਨਾਂ ਨੇ ਹੈਂਡਲ ਕੀਤੇ ਹੋਏ ਨੇ ਆਪਣੇ ਸਮੇਂ ਦੇ ਵਿੱਚ। ਜੀ ਉਹ ਭਾਜਪਾ ਨਾਲ ਜੁੜੇ ਹੋਏ ਨੇ, ਅਖਬਾਰਾਂ ਵਿੱਚ ਵੀ ਆਉਂਦੇ ਰਹਿੰਦੇ ਨੇ ਲੇਖ ਵਗੈਰਾ ਉਹਨਾਂ ਦੇ। ਇਕਬਾਲ ਸਿੰਘ ਲਾਲਪੁਰਾ ਰਾਜਨੀਤੀ ਵਿੱਚ ਭਾਜਪਾ ਦੇ ਨਾਲ ਜੁੜੇ ਹੋਏ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੀ ਉਹਨਾਂ ਨੂੰ ਥੋੜ੍ਹਾ ਜਿਹਾ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਕਿਸਾਨ ਅੰਦੋਲਨ ਦੇ ਸਮੇਂ ਦੇ ਵਿੱਚ, ਪਰ ਉਹ ਜੁੜੇ ਰਹੇ, ਜਸਟੀਫਾਈ ਕਰਦੇ ਰਹੇ ਆਪਣੀ ਗੱਲ। ਤੇ ਹੌਲੀ ਹੌਲੀ ਸਾਰਾ ਮਿਟਮਟਾ ਜਦੋਂ ਹੋ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਵੀ ਲਾਇਆ ਜਾਂਦਾ ਹੈ, ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ। ਬਿਲਕੁਲ। ਹੁਣ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਦੀ ਪੋਸਟ ਵੀ ਬਹੁਤ ਵੱਡੀ ਹੈ। ਬਿਲਕੁਲ। ਉਹਨਾਂ ਨੂੰ ਵੀ ਰੋਪੜ ਤੋਂ ਟਿਕਟ ਦੇ ਦਿੱਤੀ ਜਾਂਦੀ ਹੈ ਭਾਜਪਾ ਵੱਲੋਂ। ਇਹ ਦੋਵੇਂ ਜਿਹੜੇ ਸਾਡੇ ਜਿਹੜੇ ਚੇਅਰਮੈਨ ਨੇ ਕੌਮੀ ਕਮਿਸ਼ਨਾਂ ਦੇ, ਇਹਨਾਂ ਨੂੰ ਇਸ ਤਰ੍ਹਾਂ ਵਿਧਾਨ ਸਭਾ ਦੀ ਟਿਕਟ ਦੇ ਦੇਣੀ ਤੇ ਪਰ ਦੂਸਰੇ ਪਾਸੇ ਕੋਈ ਡਿਸੀਜਨ ਨਾ ਲੈਣਾ, ਇਹ ਸਮਝ ਨਹੀਂ ਸੀ ਆ ਰਿਹਾ। ਹੁਣ ਜਦੋਂ ਥੋੜ੍ਹੀ ਜਿਹੀ ਘੋਖ ਕੀਤੀ ਗਈ ਇਸ ਦੇ ਬਾਰੇ ਕਿ ਅਸਲ ਵਿੱਚ ਹੋਇਆ ਕੀ ਹੈ, ਕੀ ਉਹਨਾਂ ਨੇ ਅਸਤੀਫਾ ਦਿੱਤਾ ਜਾਂ ਇਸ ਤਰ੍ਹਾਂ ਟਿਕਟ ਦਿੱਤੀ ਵੀ ਜਾ ਸਕਦੀ ਹੈ, ਉਹ ਉੱਥੋਂ 20 ਫਰਵਰੀ ਤੱਕ ਜਿਹੜਾ ਹੈ ਉਹ ਉੱਥੋਂ ਛੁੱਟੀ ਤੇ ਨੇ। ਤੇ ਜਦੋਂ ਤੱਕ ਨਤੀਜੇ ਵਗੈਰਾ ਆ ਕੇ ਸਾਰਾ ਜਿਹੜਾ ਹੈ ਉਹ ਠੀਕ ਠਾਕ ਹੋ ਜਾਵੇਗਾ, ਫਿਰ ਉਹੀ ਗੱਲ ਜਿਹੜੀ ਸੀ ਪਹਿਲਾਂ ਕੀਤੀ ਸੀ, ਜੀ ਜੇ ਇਹ ਨਹੀਂ ਤਾਂ ਬੀ ਨਹੀਂ ਤਾਂ ਸੀ, ਇੱਕ ਤੇ ਪੈਰ ਜਿਹੜਾ ਰੱਖਿਆ ਹੀ ਹੋਇਆ, ਉਹ 21 ਤੱਕ ਛੁੱਟੀਆਂ ਤੇ ਨੇ। ਸੋ ਤਕਰੀਬਨ ਜਿਹੜੇ ਨੇ ਮਹੀਨਾ ਇੱਕੋ ਛੁੱਟੀਆਂ ਤੇ ਤਕਰੀਬਨ ਉਹ ਪਿਛਲੇ ਦਿਨ ਵੀ ਗਿਣ ਲਈਏ ਉਹ ਰਹੇ ਨੇ ਤੇ ਆਪਣੀ ਕੰਪੇਨ ਕਰ ਰਹੇ ਨੇ। ਕੀ ਇਸ ਤਰ੍ਹਾਂ ਦੀ ਇਜਾਜ਼ਤ ਹੈ? ਕੀ ਇਹ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਦੀ ਜੋ ਇੰਨੀ ਇੰਪੋਰਟੈਂਟ ਪੋਸਟ ਹੈ, ਉਹਨਾਂ ਨੂੰ ਫਿਰ ਕੌਣ ਦੇਖੇਗਾ? ਕੀ ਵਾਈਸ ਚੇਅਰਮੈਨ ਦੇਖੇਗਾ? ਇਹ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਰਿਵਾਜ ਕਿਉਂ ਹੈ? ਜੇ ਇੰਨੀ ਇੰਪੋਰਟੈਂਟ ਪੋਸਟ ਹੈ, ਇੰਨੇ ਵੱਡੇ ਕਮਿਸ਼ਨ ਬਣਾਏ ਹੋਏ ਨੇ, ਕਿਸੇ ਕਾਰਨ ਕਰਕੇ ਬਣਾਏ ਹੋਏ ਨੇ, ਫਿਰ ਉਹਨਾਂ ਨੂੰ ਕਿਉਂ ਨਹੀਂ ਪ੍ਰੋਪਰ ਜਿਹੜਾ ਹੈ ਉਸ ਤੋਂ ਅਸਤੀਫਾ ਦਵਾ ਕੇ ਰਾਜਨੀਤੀ ਵਿੱਚ ਲਿਆਂਦਾ ਗਿਆ? ਜਾਂ ਫਿਰ ਇਹ ਵੀ ਗੱਲ ਹੈ ਕਿ ਰਾਜਨੀਤਿਕ, ਜੇ ਉਹ ਬੇਸਿਕਲੀ ਰਾਜਨੀਤਿਕ ਲੋਕ ਸਨ ਤਾਂ ਫਿਰ ਉਹਨਾਂ ਨੂੰ ਚੇਅਰਮੈਨ ਵਗੈਰਾ ਕਿਉਂ ਲਾਇਆ ਗਿਆ? ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਨੇੜ ਭਵਿੱਖ ਵਿੱਚ ਮਿਲਣੇ ਨਹੀਂ। ਪਰ ਇਹ ਜੋ ਦੱਸਿਆ ਮੈਂ ਕਿ ਉਹ 20 ਫਰਵਰੀ ਤੱਕ ਛੁੱਟੀ ਤੇ ਨੇ। ਜੇ ਇੱਧਰੋਂ ਜਿੱਤ ਗਏ ਤੇ ਠੀਕ ਹੈ, ਜੇ ਹਾਰ ਗਏ ਤੇ ਨਹੀਂ ਤੇ 21 ਫਰਵਰੀ ਨੂੰ ਜਾ ਕੇ ਉਸੇ ਕੁਰਸੀ ਤੇ ਫਿਰ ਬੈਠ ਜਾਣਾ। ਦੇਖੋ ਜੀ, ਦੋਨਾਂ ਕੋਲੇ ਦਿੱਲੀ ਵਿੱਚ ਵੱਡੀਆਂ ਕੁਰਸੀਆਂ ਨੇ। ਜਿਹੜੀ ਤੁਸੀਂ ਅਸਤੀਫੇ ਵਾਲੀ ਗੱਲ ਕੀਤੀ ਉਹ ਮੈਂ ਵਿੱਚ ਰਹਿ ਗਈ। ਮੈਂ ਕਹਿਣਾ ਚਾਹੁੰਦਾ ਸੀਗਾ ਕਿ ਕਨਸੋਆਂ ਇਹੋ ਜਿਹੀਆਂ ਸਨ ਕਿ ਇਹ ਆਪਣੇ ਪੁੱਤਰ ਲਈ ਟਿਕਟ ਮੰਗਦੇ ਸੀ ਤੇ ਉਦੋਂ ਇਹਨਾਂ ਨੂੰ ਜਵਾਬ ਇਹ ਮਿਲਿਆ ਸੀ ਕਿ ਤੁਸੀਂ ਅਹੁਦੇਦਾਰ ਹੋ, ਆਪਣਾ ਅਸਤੀਫਾ ਛੱਡ ਦਿਓ। ਪਰ ਫਿਰ ਬਾਅਦ ਵਿੱਚ ਲੱਗਦਾ ਕਿ ਸੀਟਾਂ ਲਈ ਲੀਡਰ ਘੱਟ ਪਏ ਤੇ ਇਹਨਾਂ ਵੱਡੇ ਲੋਕਾਂ ਨੂੰ ਲੈ ਕੇ ਆਉਣਾ ਪਿਆ। ਪਰ ਜਿਹੜੀ ਤੁਸੀਂ ਗੱਲ ਕੀਤੀ ਆ ਉਹਦੇ ਨਾਲ ਰਲਦੀ ਮਿਲਦੀ ਗੱਲ ਮੈਨੂੰ ਯਾਦ ਆਈ ਕਿ ਯੂਪੀ ਦੇ ਵਿੱਚ ਵੀ ਇਲੈਕਸ਼ਨ ਨੇ ਤੇ ਕੱਲ ਭਾਰਤ ਦੇ ਗ੍ਰਹਿ ਮੰਤਰੀ, ਜਿਨ੍ਹਾਂ ਕੋਲ ਭਾਰਤ ਵਰਗੇ ਵੱਡੇ ਮੁਲਕ ਦੇ ਹੋਮ ਮਿਨਿਸਟਰ ਦਾ ਕੰਮ ਹੈ ਤੇ ਮੈਨੂੰ ਲੱਗਦਾ ਨਹੀਂ ਕਿ ਉੱਥੋਂ ਸਮਾਂ ਮਿਲਦਾ ਹੋਵੇਗਾ, ਪਰ ਉਹ ਵੀ ਯੂਪੀ ਦੇ ਵਿੱਚ ਮਥੁਰਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਭਾਜਪਾ ਦੇ ਪੋਸਟਰ ਪੈਂਫਲੇਟ ਵੰਡਦੇ, ਗਲੀ ਗਲੀ ਹੱਥ ਤੋਂ ਹੱਥ ਪੈਂਫਲੇਟ ਵੰਡਦੇ ਦੇਖੇ ਗਏ। ਸੋ ਚੋਣਾਂ ਨੇ ਤੇ ਇਹਨਾਂ ਨੂੰ ਸਭ ਕੁਝ ਮਾਫ ਹੈ ਜੀ। ਜੇ ਕੋਈ ਦੂਸਰਾ ਹੋਵੇ ਜਾਂ ਕੋਈ ਆਮ ਹੋਵੇ ਤੇ ਫਿਰ ਉਹਦੀ ਜ਼ਿੰਮੇਵਾਰੀ ਤੈਅ ਕਰਨੀ ਇਹਨਾਂ ਦਾ ਕੰਮ ਆ। ਪਰ ਹੁਣ ਰਾਣੀ ਨੂੰ ਕੌਣ ਕਹੇ ਕਿ ਤੂੰ ਅੱਗਾ ਢੱਕ। ਤੇ ਅਸੀਂ ਅਗਲੀ ਗੱਲ ਕਰੀਏ, ਯੂਪੀ ਦੇ ਵਿੱਚ ਵੀ ਚੋਣਾਂ ਨੇ। ਮੈਂ ਜਿੱਦਾਂ ਗੱਲ ਹੀ ਕੀਤੀ ਤੇ ਯੂਪੀ ਦੇ ਵਿੱਚ ਕਿਹੋ ਜਿਹੀਆਂ ਚੋਣਾਂ ਦਾ ਜਿਹੜਾ ਦਰਬਾਰ ਸਜਿਆ ਤੇ ਕਿਹੋ ਜਿਹੇ ਜਕਾਰੇ ਲੱਗ ਰਹੇ ਨੇ ਉਹ ਵੀ ਦੱਸੋ ਜੀ। ਯੂਪੀ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਅਮਿਤ ਸ਼ਾਹ ਨੂੰ ਦੇਖਿਆ ਗਿਆ ਜੀ ਕਿ ਉੱਥੇ ਪੈਂਫਲੇਟ ਵੰਡ ਰਹੇ ਨੇ ਤੇ ਲੋਕਾਂ ਦੇ ਵਿੱਚ ਘੁਲ ਮਿਲ ਕੇ ਸਾਰੀ ਗੱਲਬਾਤ ਹੋ ਰਹੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਭਾਵੇਂ ਜੋ ਮਰਜ਼ੀ ਆਖ ਦੇਣ ਜੀ, ਪਰ ਜਿਵੇਂ ਕਹਿੰਦੇ ਨੇ ਕਿ ਹਾਕਮ ਲਈ ਕੋਈ ਹੁਕਮ ਨਹੀਂ ਹੁੰਦਾ। ਬਿਲਕੁਲ। ਹਾਕਮ ਧਿਰ ਦੇ ਉਹ ਗ੍ਰਹਿ ਮੰਤਰੀ ਨੇ ਤੇ ਉਹਨਾਂ ਨੂੰ ਜਦੋਂ ਦੇਖਿਆ ਗਿਆ ਕਿ ਪੈਂਫਲੇਟ ਉਹ ਜਿਹੜੇ ਤਰੀਕੇ ਨਾਲ ਵੰਡ ਰਹੇ ਨੇ ਤੇ ਨਾ ਮਾਸਿਕ ਨਾ ਸਮਾਜਿਕ ਦੂਰੀ, ਸਾਰੀਆਂ ਇਹ ਲੋਕਾਂ ਵਾਸਤੇ ਗੱਲਾਂ ਨੇ। ਪੈਂਫਲੇਟ ਉਹਨਾਂ ਨੇ ਹੱਥ ਵਿੱਚ ਫੜੇ ਹੋਏ ਨੇ
ਤੇ ਇਸ ਤਰ੍ਹਾਂ ਥੁੱਕ ਲਾ ਕੇ ਉਹ ਪੈਂਫਲੇਟ ਜਿਹੜਾ ਹੈ ਜੀ ਉਹ ਕੱਲੇ ਨੂੰ ਉਹ ਪ੍ਰਸ਼ਾਦ ਦੇ ਰਹੇ ਨੇ। ਜੀ ਤੇ ਜਿਵੇਂ ਉਹ ਜੁੜੇ ਹੋਏ ਹੋਣਗੇ ਇੱਕ ਦੂਸਰੇ ਨਾਲ ਪੇਪਰ, ਖੈਰ ਉਹ ਦੇ ਰਹੇ ਨੇ। ਪਰ ਗੱਲ ਜਿਹੜੀ ਹੈ ਉਹ ਇੱਕ ਬਿਆਨਬਾਜ਼ੀ ਦੀ ਹੈ। ਹੁਣ ਯੋਗੀ ਆਦਿੱਤਿਆਨਾਥ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਡੇ ਤੋਂ ਪਹਿਲਾਂ ਸਰਕਾਰਾਂ ਸੀ ਉਹਨਾਂ ਨੇ ਫਲਾਨੀ ਜਗ੍ਹਾ ਤੇ ਜਿਹੜਾ ਸੀ ਉਹ ਇੱਕ ਖਾਸ ਕਿਸਮ ਦੀ ਬਿਲਡਿੰਗ ਬਣਵਾ ਦਿੱਤੀ ਤੇ ਅਸੀਂ ਉਹਦੇ ਇਵਜ਼ ਵਿੱਚ ਆਹ ਬਣਾ ਦਿੱਤਾ। ਜੀ दूसरे पासे वो जिनाह की राजनीति करते हैं, उन्हें जिनाह पसंद है, हमें तो सरदार पटेल से प्यार है। इस तरह अमित शाह ने भी एक जगह ਤੇ ਤਕਰੀਰ ਕਰਦੇ ਹੋਏ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਕਿ ਦੇਖੋ ਤੁਸੀਂ ਆਪਣਾ ਫੈਸਲਾ ਵੋਟ ਜਿਹੜੀ ਆ ਬਹੁਤ ਸੋਚ ਸਮਝ ਕੇ ਪਾਇਓ, ਨਹੀਂ ਤੇ ਮੁਜ਼ੱਫਰਨਗਰ ਵਰਗੇ ਦੰਗੇ ਜਿਹੜੇ ਹਨ ਇੱਥੇ ਫੇਰ ਵੀ ਭੜਕ ਪੈਣਗੇ। ਹੁਣ ਇਸ ਦਾ ਜਿਹੜਾ ਕਿਸ ਤਰੀਕੇ ਨਾਲ ਕਹੀ ਜਾ ਰਹੀ ਹੈ, ਜੇ ਤਾਂ ਕੋਈ ਬੱਚਾ ਹੋਵੇ ਜਾਂ ਨਾ ਸਮਝ ਹੋਵੇ ਤਾਂ ਉਸ ਨੂੰ ਨਾ ਆਵੇ, ਲੇਕਿਨ ਜ਼ਾਹਿਰਾ ਤੌਰ ਤੇ ਇੱਕ ਫਿਰਕੇ ਨੂੰ ਖੁਸ਼ ਕਰਕੇ ਜਿਹੜਾ ਹੈ ਵੋਟਾਂ ਲੈਣ ਦੀ ਸਿਆਸਤ ਜਿਹੜੀ ਆ ਉੱਥੇ ਚੱਲੀ ਹੋਈ ਹੈ। ਬਹੁਤ ਲੋ ਲੈਵਲ ਦੇ ਬਿਆਨ ਜਾਤੀ ਪੱਧਰ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਨਖੇੜ ਕੇ ਵੰਡੀਆਂ ਪਾ ਕੇ ਲੋਕਾਂ ਨੂੰ ਇੱਕ ਜਗ੍ਹਾ ਇਕੱਤਰ ਕਰਕੇ ਕਿ ਤੁਸੀਂ ਇਸ ਲਾਈਨ ਤੇ ਵੋਟਿੰਗ ਕਰੋ, ਇਹ ਬਿਆਨ ਜਿਹੜੇ ਨੇ ਉੱਥੇ ਸਾਹਮਣੇ ਆ ਰਹੇ ਨੇ, ਸਾਰਿਆਂ ਵੱਲੋਂ ਆ ਰਹੇ ਨੇ। ਪਰ ਭਾਰਤੀ ਜਨਤਾ ਪਾਰਟੀ ਇਸ ਵੇਲੇ ਪੂਰੇ ਜ਼ੋਰ ਸ਼ੋਰ ਨਾਲ ਇਹਨਾਂ ਬਿਆਨਾਂ ਤੇ ਲੱਗੀ ਹੋਈ ਹੈ। ਹਾਂ, ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਥਿਤੀ ਹੈ ਉੱਥੇ ਉਹ ਕੋਈ ਬਹੁਤੀ ਡਾਮਾਡੋਲ ਨਹੀਂ ਜਿਵੇਂ ਕਿ ਪਹਿਲਾਂ ਲੱਗ ਰਿਹਾ ਸੀ। ਹੁਣ ਜਿਹੜੇ ਕੁਝ ਇਹੋ ਜਿਹੇ ਜਿਹੜੇ ਨੇ ਰੁਝਾਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਉੱਥੇ ਠੀਕ ਠਾਕ ਸਥਿਤੀ ਦੇ ਵਿੱਚ ਹੈ ਤੇ ਵਿਰੋਧੀ ਧਿਰ ਵਜੋਂ ਸਿਰਫ ਔਰ ਸਿਰਫ ਸਪਾ ਜਿਹੜੀ ਹੈ ਸਮਾਜਵਾਦੀ ਪਾਰਟੀ ਹੈ ਉਹ ਦੌੜ ਦੇ ਵਿੱਚ ਹੈ। ਬਹੁਜਨ ਸਮਾਜ ਪਾਰਟੀ ਤੇ ਕਾਂਗਰਸ ਤੇ ਹੋਰ ਜਿਹੜੀਆਂ ਖੇਤਰੀ ਪਾਰਟੀਆਂ ਵਗੈਰਾ ਨੇ ਉਹ ਬਹੁਤ ਪਿੱਛੇ ਰਹਿ ਗਈਆਂ। ਬਿਲਕੁਲ ਤੁਸੀਂ ਠੀਕ ਦੱਸਿਆ ਜੀ ਕਿ ਭਾਰਤੀ ਜਨਤਾ ਪਾਰਟੀ ਉੱਥੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਹੈ। ਹਾਲਾਤ ਵੀ ਉਹਨਾਂ ਦੇ ਸਾਜ਼ ਦੇ ਵਿੱਚ ਹੀ ਨਜ਼ਰ ਆਉਂਦੇ ਨੇ, ਉਹਨਾਂ ਵਰਗੇ ਹੀ ਜਿੱਦਾਂ ਦੇ ਉਹ ਚਾਹੁੰਦੇ ਸੀ ਉਹੋ ਜਿਹੇ ਹਾਲਾਤ ਨਜ਼ਰ ਆ ਰਹੇ ਨੇ। ਬਹੁਜਨ ਸਮਾਜ ਪਾਰਟੀ ਨੇ ਲਗਭਗ ਜਿਹੜਾ ਆ ਉਹ ਗੋਡੇ ਟੇਕੇ ਹੀ ਹੋਏ ਨੇ, ਹਾਲਾਂਕਿ ਕੋਸ਼ਿਸ਼ ਉਹਨਾਂ ਦੀ ਜ਼ਰੂਰ ਜਾਰੀ ਹੈ। ਪਰ ਭਾਜਪਾ ਜਿਹੜੀ ਆ ਉਹ ਪੈਸੇ ਵਾਲੇ ਪਾਸਿਓਂ ਵੀ ਮਾਲਾ ਮਾਲ ਆ। ਇਹਨਾਂ ਨੇ ਆਪਣੀ 19-20 ਦੀ ਜਿਹੜੀ ਬੈਲੈਂਸ ਸ਼ੀਟ ਜਾਰੀ ਕੀਤੀ ਆ, ਇਹਨਾਂ ਨੇ ਜਾਰੀ ਕੀਤੀ ਆ ਜਾਂ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਜਿਹੜੀ ADR ਨਾਂ ਦੀ ਸੰਸਥਾ ਆ ਉਹ ਕੀ ਕਹਿੰਦੀ ਆ ਜੀ ਭਾਜਪਾ ਬਾਰੇ? ਕਹਿੰਦੇ ਬੜੇ ਅਮੀਰ ਹੋ ਗਏ ਨੇ ਲੋਕ, ਇੰਨੇ ਅਮੀਰ ਹੋਏ ਨੇ ਕਿ ਹੋਰ ਕੋਈ ਪਾਰਟੀ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ ਜੀ। ਕਾਂਗਰਸ ਪਾਰਟੀ, ਜਿਸ ਬਾਰੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਜਪਾ ਕੋਲ ਇੰਨੀ ਵੱਡੀ ਜਾਇਦਾਦ ਜਮ੍ਹਾਂ ਹੋ ਚੁੱਕੀ ਹੈ, ਤੇ ਦੂਸਰਾ ਖਿਆਲ ਸਾਡੇ 'ਚ ਆਵੇਗਾ, ਅੱਛਾ ਜੇ ਇਹਨਾਂ ਕੋਲ ਇੰਨੀ ਹੈ ਤੇ ਫਿਰ ਕਾਂਗਰਸ ਕੋਲ ਕਿੰਨੀ ਹੋਵੇਗੀ? ਜੀ ਹੈਰਾਨੀ ਦੀ ਗੱਲ ਹੈ ਕਿ ਕੌਮੀ ਪੱਧਰ ਤੇ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਵੱਧ ਭਾਜਪਾ ਦੇ ਕੋਲ ਹੈ, ਜਿਸ ਦੀ ਕੀਮਤ 4847 ਕਰੋੜ ਦੇ ਆਸ-ਪਾਸ ਦੱਸੀ ਗਈ ਹੈ। ਸਿਆਸੀ ਪਾਰਟੀਆਂ ਵਿੱਚੋਂ ਸਭ ਤੋਂ ਵੱਧ ਹੀ ਨਹੀਂ ਬਲਕਿ ਬਹੁਤ ਜ਼ਿਆਦਾ ਵੱਧ ਹੈ, ਤਕਰੀਬਨ 8 ਗੁਣਾ ਵੱਧ ਹੈ, 7 ਗੁਣਾ ਵੱਧ ਹੈ ਜੀ। ਦੂਸਰੇ ਨੰਬਰ ਤੇ ਕਾਂਗਰਸ ਨਹੀਂ ਹੈ ਲੇਕਿਨ ਬਹੁਜਨ ਸਮਾਜ ਪਾਰਟੀ ਹੈ। ਬਹੁਜਨ ਸਮਾਜ ਪਾਰਟੀ ਦੀ ਜਿਹੜੀ ਜਾਇਦਾਦ ਹੈ ਤਕਰੀਬਨ 700 ਕਰੋੜ ਦੇ ਆਸ-ਪਾਸ ਹੈ ਤੇ ਕਾਂਗਰਸ ਕੋਲ ਸਿਰਫ 588 ਕਰੋੜ ਦੀ ਜਾਇਦਾਦ ਜਿਹੜੀ ਆ ਦੱਸੀ ਜਾ ਰਹੀ ਹੈ। ਐਡਵੋਕੇਸੀ ਗਰੁੱਪ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮ ਜਿਵੇਂ ਤੁਸੀਂ ਦੱਸਿਆ ਜੀ, ਇਹਨਾਂ ਨੇ 2019 ਤੋਂ 20 ਦੀ ਜਿਹੜੀਆਂ ਦੇਣਦਾਰੀਆਂ ਨੇ ਤੇ ਉਦੋਂ ਦੇ ਜਿਹੜੇ ਵਿਸ਼ਲੇਸ਼ਣ ਨੇ ਉਹਨਾਂ ਦੀ ਰਿਪੋਰਟ ਹੈ, ਬਿਲਕੁਲ ਤਾਜ਼ੀ ਰਿਪੋਰਟ ਅਗਲੇ ਸਾਲ ਆਵੇਗੀ। ਜਿਹੜੇ ਕਰੰਟ ਸਾਲ ਚੱਲ ਰਹੇ ਨੇ ਇਹਨਾਂ ਦੀ ਰਿਪੋਰਟ ਅਗਲੇ ਸਾਲ ਪ੍ਰਕਾਸ਼ਿਤ ਹੋਵੇਗੀ। ਇਸ ਸਮੇਂ ਦੌਰਾਨ 44 ਖੇਤਰੀ ਪਾਰਟੀਆਂ ਦੁਆਰਾ ਐਲਾਨੀ ਟੋਟਲ ਜਾਇਦਾਦ ਜਿਹੜੀ ਹੈ ਉਹ ਤਕਰੀਬਨ 7000 ਕਰੋੜ ਰੁਪਏ ਦੀ ਹੈ ਤੇ ਹੁਣ ਇਹ 7 ਰਾਸ਼ਟਰੀ ਪਾਰਟੀਆਂ ਦੀ 7000 ਕਰੋੜ ਤੇ 44 ਖੇਤਰੀ ਪਾਰਟੀਆਂ ਦੀ ਤਕਰੀਬਨ 2000 ਜਾਂ 2100 ਕਰੋੜ ਦੇ ਆਸ-ਪਾਸ ਜਿਹੜੀ ਉਹ ਜਾਇਦਾਦ ਹੈ ਜੀ। 7 ਰਾਸ਼ਟਰੀ ਪਾਰਟੀਆਂ ਵਿੱਚੋਂ ਜਿਵੇਂ ਦੱਸਿਆ ਕਿ ਭਾਜਪਾ ਕੋਲ ਸਭ ਤੋਂ ਵੱਧ ਹੈ, ਉਸ ਤੋਂ ਬਾਅਦ ਬਸਪਾ ਹੈ, ਕਾਂਗਰਸ ਹੈ ਤੇ 44 ਖੇਤਰੀ ਪਾਰਟੀਆਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੀ ਹੈ ਉਹ ਸਮਾਜਵਾਦੀ ਪਾਰਟੀ। ਜ਼ਾਹਿਰਾ ਤੌਰ ਤੇ ਅੰਮ੍ਰਿਤ ਜੀ ਮੈਂ ਸਮਝਦਾ ਕਿ ਖੇਤਰੀ ਪਾਰਟੀਆਂ ਦੇ ਵਿੱਚੋਂ ਇਹ ਲਾ ਲਈਏ ਤੇ ਕਿ ਸਮਾਜਵਾਦੀ ਪਾਰਟੀ ਕਿਉਂਕਿ ਯੂਪੀ ਦੇ ਵਿੱਚ ਹੈ, ਪਹਿਲਾਂ ਉਹਨਾਂ ਨੇ ਇੱਕ ਸਮਾਂ ਆਇਆ ਸੀ ਕਿ ਮਹਾਰਾਸ਼ਟਰ ਦੇ ਵਿੱਚ ਵੀ ਉਹਨਾਂ ਦੇ ਕੁਝ ਮੈਂਬਰ ਆ ਗਏ ਸੀ, ਪਰ ਇਸ ਵੇਲੇ ਸਿਰਫ ਯੂਪੀ ਦੇ ਵਿੱਚ ਨੇ ਤੇ ਯੂਪੀ ਵੱਡੀ ਸਟੇਟ ਹੈ ਤੇ ਜ਼ਾਹਿਰਾ ਤੌਰ ਤੇ ਉਹ ਸਭ ਤੋਂ ਅਮੀਰ ਪਾਰਟੀ ਉੱਥੇ ਦੀ ਜਿਹੜੀ ਹੈ ਭਾਰਤ ਦੀਆਂ ਸਭ ਤੋਂ ਅਮੀਰ ਖੇਤਰੀ ਪਾਰਟੀਆਂ ਦੇ ਵਿੱਚੋਂ ਇੱਕ ਹੈ। ਤੇ ਹੋਰ ਫਿਰ NDMK ਤੇ ਹੋਰ ਕਈ ਪਾਰਟੀਆਂ ਜਿਹੜੀਆਂ ਨੇ ਆ ਜਾਂਦੀਆਂ ਨੇ। ਹੁਣ ਇਹਦੇ ਵਿੱਚ ਤ੍ਰਿਣਮੂਲ ਕਾਂਗਰਸ ਦਾ ਵੀ ਨਾਮ ਆਉਂਦਾ ਹੈ ਪਰ ਕਾਫੀ ਪਿੱਛੇ ਹੈ ਇਸ ਮਾਮਲੇ ਦੇ ਵਿੱਚ, ਤੇ ਇੱਕ ਗੱਲ ਹੈ ਕਿ ਅਕਾਲੀ ਦਲ ਦਾ ਨਾਮ ਇਸ ਦੇ ਵਿੱਚ ਬਿਲਕੁਲ ਵੀ ਸ਼ਾਮਲ ਨਹੀਂ। ਬਹੁਤ ਮਾੜੀ ਗੱਲ ਹੈ ਜੀ, ਪੰਜਾਬ ਦੀ ਵੱਡੀ ਪਾਰਟੀ ਆ ਤੇ ਉਹ ਤੁਸੀਂ ਅਮੀਰਾਂ ਦੀ ਗਿਣਤੀ 'ਚ ਕਿਤੇ ਰੱਖੀ ਨਹੀਂ। ਬਿਲਕੁਲ ਠੀਕ ਗੱਲ ਹੈ ਜੀ ਕਿ ਜਦੋਂ ਤੁਸੀਂ ਸੱਤਾ 'ਚ ਹੁੰਦੇ ਆ ਫਿਰ ਤੁਹਾਨੂੰ ਜਿਹੜਾ ਦਾਨ ਦਖਣਾ ਆ ਉਹ ਬਹੁਤ ਮਿਲਦੀ ਆ। ਅਸੀਂ ਇਲੈਕਸ਼ਨ ਬੌਂਡ ਦੀ ਗੱਲ
ਬਹੁਤ ਲੰਬੇ ਸਮੇਂ ਤੋਂ ਸੁਣ ਰਹੇ ਹਾਂ ਕਿ ਇਹਨਾਂ ਨੇ ਇਸੇ ਪਾਰਟੀ ਨੇ ਇੱਕ ਨਵੀਂ ਪ੍ਰਥਾ ਚਲਾਈ ਸੀ ਆਪਣੀ ਜਦੋਂ ਸੱਤਾ ਦੇ ਵਿੱਚ ਆਏ ਸੀ ਬੀਜੇਪੀ ਵਾਲੇ, ਕਿ ਕੋਈ ਵੀ ਕਾਰਪੋਰੇਟ, ਕੋਈ ਵੀ ਨਿੱਜੀ ਅਦਾਰਾ, ਕੋਈ ਵੀ ਪਰਸਨਲ ਬੰਦਾ ਜੇਕਰ ਉਹ ਬੌਂਡ ਖਰੀਦਦਾ ਆ ਜਿਹੜੇ SBI ਬੈਂਕ ਤੋਂ ਮਿਲਦੇ ਨੇ, ਤੇ ਉਹਦੀ ਫਿਰ ਜਾਣਕਾਰੀ ਜਿਹੜੀ ਆ ਉਹ ਗੁਪਤ ਰਹਿ ਜਾਂਦੀ ਆ। ਇਹਨਾਂ ਤੇ ਪਤਾ ਲੱਗ ਜਾਂਦਾ ਕਿ ਕਿੰਨੇ ਪੈਸੇ ਆਏ, ਪਰ ਉਹ ਕਿੰਨੇ ਦਿੱਤੇ ਤੇ ਕਿਉਂ ਦਿੱਤੇ ਉਹਦੀ ਜਿਹੜੀ ਜਾਣਕਾਰੀ ਆ ਉਹ ਗੁਪਤ ਰਹਿੰਦੀ ਆ। ਤੇ ਸਮੇਂ-ਸਮੇਂ ਤੇ ਸੂਚਨਾਵਾਂ ਆਉਂਦੀਆਂ ਕਿ ਅਜਿਹੀ ਬਹੁਤ ਸਾਰੀ ਜਿਹੜੀ ਮਾਇਆ ਆ ਉਹ ਬੀਜੇਪੀ ਨੂੰ ਹੀ ਮਿਲੀ ਆ। ਤੇ ਅਸੀਂ ਬੀਤੇ 'ਚ ਕੁਲਦੀਪ ਜੀ ਇਹ ਵੀ ਦੇਖਦੇ ਰਹੇ ਹਾਂ ਕਿ ਬੀਜੇਪੀ ਨੇ ਬਹੁਤ ਜ਼ਿਲ੍ਹਿਆਂ ਦੇ ਵਿੱਚ ਆਪਣੇ ਬਹੁਤ ਵੱਡੇ ਜਿਹੜੇ ਦਫ਼ਤਰ ਬਣਾਏ ਨੇ ਤੇ ਉਹ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਲੱਗੇ ਹੋਏ ਨੇ। ਤੇ ਹੁਣ ਹਾਲ ਦੀ ਘੜੀ ਅਸੀਂ ਇਸ ਪ੍ਰੋਗਰਾਮ ਤੋਂ ਵਿਰਾਮ ਲੈਂਦੇ ਹਾਂ। ਵਿਚਾਰ ਬੜੇ ਨੇ, ਗੱਲਾਂ ਬਹੁਤ ਨੇ, ਪਰ ਲੋਕਾਂ ਲਈ ਸੋਚਣ ਦਾ ਸਮਾਂ ਵੀ ਜਿਹੜਾ ਆ ਬਹੁਤ ਜ਼ਰੂਰੀ ਆ ਕਿ ਤੁਸੀਂ ਕਿਹੋ ਜਿਹੀ ਸਰਕਾਰ ਜਿਹੜੀ ਆ ਉਹ ਚੁਣਨੀ ਆ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ। ਅਗਲੀ ਵਾਰ ਕਰਾਂਗੇ ਕੁਝ ਹੋਰ ਵਿਚਾਰਾਂ ਤੇ ਚਰਚਾ। ਤਦ ਤੱਕ ਲਈ ਦਿਓ ਇਜਾਜ਼ਤ।